कीता है। लड़ीवार गुरबाणी शब्द विचार अज दे अमृतमई बचनां दा पाठ भाई साहब जी पासों सरवण कीता। पवित्र बाणी दे विचार दे नाल सांझ पाउण वास्ते जो सुभागा समा प्राप्त हो रहा है, मन बिरतियां नूं एकाग्र करते हुए निमाणे जे होके चबर छतर तखत दे मालक धन गुरु ग्रंथ साहिब महाराज जी दे पावन चरनां च जुड़न दा यतन करिए। सतगुरु जी अज दे शब्द दे द्वारा सानू मनुखी दुनियावी जीवां नूं जो समझाउणा चाहुंदे ने, एक मन एक चित हो के समझण दा यतन करिए जी। वाहिगुरु साहिब जी। श्री राग महला पहला। मूढ़े राम जपो गुण सार, हौ मैं ममता मोहनी सब मुठी अहंकार रहा। आप जी रोजाना इस अस्थान तो अमृतमई बाणी दी लड़ीवार शब्द विचार दे नाल सांझ पाउंदे आ रहे हो। धन धन गुरु नानक साहब जी वल्लों उचारण कीता होया पावन शब्द श्री राग दे विच जो सरवण कीता है, गुरु नानक साहब जी का ये पावन शब्द 14वां शब्द है और गुरु ग्रंथ साहिब महाराज जी की पवित्र बाणी पावन अंग 19 दे उपर सभाएमान है। शब्द विच जो रहाओ, शब्द का केंद्री भाव गुरु नानक साहब महाराज जी जो शब्द विच समझाउणा चाहुंदे ने, रहाओ वाली पंक्ति केंद्री भाव दे विच किरपा करदे ने। मूड़े, मूड़े का अर्थ हुंदा है मूर्ख प्राणी, जिहड़े सच दे नाल जुड़ना नहीं चाहुंदे, जिहड़े सच नूं समझना नहीं चाहुंदे, जिहड़े सच दे राह उत्ते तुरना नहीं चाहुंदे, जो अपनी जिंदगी दी सच्चाई नूं सुनना नहीं चाहुंदे, वो असल विच मूर्ख प्राणी ने। जिन्हां नूं सच जिहड़ा वो समझ विच नहीं आ रहा, जिंदगी दी सच्चाई नहीं समझ आउंदी, वो मूर्ख प्राणी संसार विच अपनी जिंदगी दा वडमुला समा अजाई ही गवा के चले जाते हैं। सानू अपने जीवन दी सोझी नहीं, पर संसार विच, समाज विच, परिवार विच जिथे असी रहने हर एक दी सानू समझ है। जां इदां कह लईए कि संसार दे पक्ष विच असी बड़े सियाणे आ, पर अपनी ही जिंदगी दे वास्ते असी इयाणे हां। अपने आप नूं असी जानना नहीं चाहुंदे। इसलिए महाराज जी ने उन्हां वास्ते, सारियां वास्ते नहीं, उन्हां वास्ते ये मूड़े शब्द वरतिया है। सब कहंदे मूड़े राम जपो गुण सार, सार दे रारे नूं सिहारी संभाल के, इहदा अर्थ आएगा संभाल के। गुण जिहड़े परमेश्वर दे गुण ने उन्होंने संभाल के राम जपो, उस रमे हुए परमेश्वर नूं जपिया कर। क्योंकि जिहड़े जप रहे ने उन्होंने तो पता है
ਇਹ ਮੂੜੇ ਸ਼ਬਦ ਉਹਨਾਂ ਵਾਸਤੇ ਹੈ ਜਿਹੜੇ ਪਰਮੇਸ਼ਵਰ ਨੂੰ ਚੇਤੇ ਨਹੀਂ ਕਰ ਰਹੇ, ਜਿਹੜੇ ਉਹਨੂੰ ਜਪ ਨਹੀਂ ਰਹੇ, ਜਿਹੜੇ ਉਹਨੂੰ ਸਿਮਰ ਨਹੀਂ ਰਹੇ। ਜ਼ਿੰਦਗੀ ਦਾ ਹਰ ਪਲ ਜਿਹੜਾ ਉਹਨਾਂ ਦਾ ਅਜਾਈ ਹੀ ਜਾ ਰਿਹਾ ਹੈ। ਸਭ ਕਹਿੰਦੇ ਹੇ ਮੂਰਖ, ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ। ਪਰ ਜਪਣਾ ਕਿਵੇਂ ਹੈ? ਗੁਣ ਸਾਰ, ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਸੰਭਾਲ। ਅਵਗੁਣਾਂ ਦੇ ਨਾਲ ਨਹੀਂ ਜਪਿਆ ਜਾ ਸਕਦਾ। ਜੇ ਅਸੀਂ ਕਹੀਏ ਵੀ ਅਵਗੁਣਾਂ ਦੇ ਨਾਲ ਪਰਮੇਸ਼ਵਰ ਨੂੰ ਜਪ ਲਈਏ ਤੇ ਅਵਗੁਣਾਂ ਦੇ ਨਾਲ ਨਹੀਂ ਜਪਿਆ ਜਾਣਾ। ਅਵਗੁਣ ਛੱਡ ਕੇ ਗੁਣ ਗ੍ਰਹਿਣ ਕਰਨੇ ਪੈਣੇ ਆ। ਗੁਣਾਂ ਦੇ ਆਧਾਰ ਤੇ ਹੀ ਅਸੀਂ ਜਪ ਸਕਦੇ ਹਾਂ, ਕਿਉਂਕਿ ਅਵਗੁਣ ਜਿਹੜੇ ਨੇ ਉਹ ਪਰਮੇਸ਼ਵਰ ਦਾ ਨਾਮ ਸਾਨੂੰ ਜਪਣ ਹੀ ਨਹੀਂ ਦੇਣਗੇ। ਪਰਮੇਸ਼ਵਰ ਦੇ ਨਾਮ ਨਾਲ ਸਾਡੀ ਸੁਰਤ ਨੂੰ ਜੁੜਨ ਹੀ ਨਹੀਂ ਦੇਣਗੇ। ਸਾਡਾ ਪਹਿਲਾਂ ਗੁਰੂ ਦਰ ਤੇ ਆਉਣ ਦਾ ਮਕਸਦ ਇਹ ਹੈ ਕਿ ਅਵਗੁਣ ਛੱਡ ਕੇ ਗੁਣ ਗ੍ਰਹਿਣ ਕਰਨੇ ਆ। ਪਰ ਅਵਗੁਣ ਜਿੰਨਾ ਕਹਿਣਾ ਸੌਖਾ ਹੈ ਉਨਾ ਛੱਡਣਾ ਔਖਾ ਹੈ। ਇਹਦੇ ਤੋਂ ਛੁਟਕਾਰਾ ਨਹੀਂ ਹੋ ਸਕਦਾ। ਇਸ ਲਈ ਅਰਦਾਸ ਇਹ ਵੀ ਕਰਨੀ ਹੈ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨ ਤੇ ਆਪ ਛਡਾਵੋ। ਮਹਾਰਾਜ ਜੀ ਤੁਸੀਂ ਇਹਨਾਂ ਤੋਂ ਛਡਵਾਓਗੇ ਤਾਂ ਹੀ ਅਸੀਂ ਗੁਣ ਗ੍ਰਹਿਣ ਕਰ ਸਕਾਂਗੇ। ਤੇ ਜਦੋਂ ਅਸੀਂ ਗੁਰੂ ਸਾਹਿਬ ਦੇ ਦਰ ਤੇ ਆਏ ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਕੋਲ ਮੈਂ ਇਹ ਬੇਨਤੀ ਕਰਨ ਆਇਆ, ਇਨ ਤੇ ਆਪ ਛਡਾਵੋ ਤੇ ਇਹਨਾਂ ਤੋਂ ਮੇਰਾ ਪਿੱਛਾ ਛਡਵਾਓ ਤਾਂ ਕਿ ਮੈਂ ਤੁਹਾਡੇ ਦਰ ਤੇ ਕੁਝ ਗੁਣ ਗ੍ਰਹਿਣ ਕਰਕੇ ਜਾਵਾਂ। ਔਰ ਉਸ ਸ਼ੁਭ ਗੁਣਾਂ ਦੇ ਆਸਰੇ ਤੇ ਫਿਰ ਮੈਂ ਹਰ ਵੇਲੇ ਪਰਮੇਸ਼ਵਰ ਨੂੰ ਜਪ ਸਕਦਾ। ਹਮ ਅਵਗੁਣ ਭਰੇ ਏਕ ਗੁਣ ਨਹੀਂ, ਇੱਕ ਵੀ ਗੁਣ ਨਹੀਂ ਜਿਹਦੇ ਆਧਾਰ ਤੇ ਜਪਿਆ ਜਾ ਸਕੇ। ਇਸ ਲਈ ਸਾਹਿਬ ਕਹਿੰਦੇ ਮੂਰਖ, ਅਵਗੁਣਾਂ ਨੂੰ ਛੱਡ ਕੇ ਗੁਣ ਗ੍ਰਹਿਣ ਕਰ, ਸ਼ੁਭ ਗੁਣ ਸੰਭਾਲ ਤੇ ਉਸ ਪਰਮੇਸ਼ਵਰ ਨੂੰ ਜਪ। ਇਹ ਗੱਲ ਕਿਉਂ ਗੁਰੂ ਸਾਹਿਬ ਨੇ ਕਹੀ? ਮੂੜੇ ਰਾਮ ਜਪੋ ਗੁਣ ਸਾਰ ਕਿਉਂ ਕਹੀ? ਕਿਉਂਕਿ ਹਉਮੈ ਮਮਤਾ ਮੋਹਣੀ, ਸਭ ਮੁੱਠੀ ਅਹੰਕਾਰ। ਸਾਹਿਬ ਜੀ ਕਹਿੰਦੇ ਆ ਜਿਹੜੀ ਮੈਂ ਲੁਕਾਈ ਵੇਖ ਰਿਹਾ ਨਾ ਸਮਾਜ ਵਿੱਚ, ਸੰਸਾਰ ਵਿੱਚ, ਇਹ ਹੰਕਾਰ ਦੇ ਨਾਲ ਭਰੀ ਹੋਈ ਹੈ ਦੁਨੀਆ। ਅੰਦਰ ਕਹਿੰਦੇ ਹੰਕਾਰ ਇੰਨਾ ਹੈ ਕਿ ਬੰਦਾ ਹਰ ਵੇਲੇ ਆਕੜਿਆ ਰਹਿਣਾ ਚਾਹੁੰਦਾ ਹੈ, ਬਾਂਸ ਵਾਂਗੂ। ਅੰਦਰ ਹੈ ਕੁਛ ਨਹੀਂ, ਖਾਲੀ ਹੈ, ਪਰ ਫਿਰ ਵੀ ਆਕੜਿਆ ਹੀ ਹੰਕਾਰ ਦੇ ਵਿੱਚ ਹਉਮੈ ਨਾਲ ਭਰਿਆ ਰਹਿਣਾ ਚਾਹੁੰਦਾ ਹੈ। ਔਰ ਇਹਦੇ ਨਾਲ ਕੀ ਹੈ? ਮਮਤਾ ਮੋਹਣੀ, ਜਿਹੜੀ ਸਾਡੇ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਮਮਤਾ ਹੈ। ਸਭ ਮੁੱਠੀ, ਮੁੱਠੀ ਦਾ ਅਰਥ ਹੈ ਠੱਗਿਆ ਜਾਣਾ। ਸਭ ਕਹਿੰਦੇ ਮੈਂ ਜਿਹੜੇ ਪ੍ਰਾਣੀ ਵੇਖ ਰਿਹਾ ਹਾਂ ਇਸ ਸੰਸਾਰ ਦੇ ਵਿੱਚ, ਮਨੁੱਖਾ ਜਾਮੇ ਵਿੱਚ ਆਏ ਹੋਏ, ਉਹ ਭਾਵੇਂ ਇਸਤਰੀ ਹੈ ਭਾਵੇਂ ਪੁਰਸ਼ ਹੈ, ਮੂੜੇ ਸਾਰਿਆਂ ਦੇ ਉੱਤੇ ਢੁਕਦਾ ਹੈ। ਕਿਉਂਕਿ ਮਨ ਮੂਰਖ ਬਣਨਾ ਹੈ, ਤਨ ਨੇ ਮੂਰਖ ਨਹੀਂ ਬਣਨਾ। ਤਨ ਭਾਵੇਂ ਮੇਲ ਹੈ ਫੀਮੇਲ ਹੈ, ਪਰ ਗੱਲ ਤਾਂ ਮਨ ਦੀ ਹੋ ਰਹੀ ਹੈ। ਮੂਰਖ ਹੈ ਮਨ। ਇਸ ਲਈ ਸਭ ਕਹਿੰਦੇ ਇਹ ਮੈਂ ਵੇਖ ਰਿਹਾ, ਭਾਵੇਂ ਕੋਈ ਇਸਤਰੀ ਰੂਪ 'ਚ ਹੈ ਭਾਵੇਂ ਪੁਰਸ਼ ਰੂਪ ਵਿੱਚ ਹੈ। ਮਨ ਕਰਕੇ ਮੂਰਖ ਜਿਹੜਾ ਬਣ ਕੇ ਜ਼ਿੰਦਗੀ ਦਾ ਸਮਾਂ ਲੰਘਾ ਰਹੇ ਨੇ। ਕਿਉਂਕਿ ਜਿਹੜੀ ਇਹ ਮਨ ਨੂੰ ਮੋਹ ਲੈਣ ਵਾਲੀ ਮੋਹਣੀ ਮਾਇਆ ਹੈ ਨਾ, ਉਹਦੀ ਮਮਤਾ ਇੰਨੀ ਹੈ, ਉਹਦੇ ਵਿੱਚ ਹੀ ਇਹ ਠੱਗੇ ਜਾ ਰਹੇ ਨੇ, ਉਹਦੇ ਵਿੱਚ ਹੀ ਇਹ ਲੁੱਟੇ ਜਾ ਰਹੇ ਨੇ। ਇਸ ਲਈ ਸਾਹਿਬ ਜੀ ਕਹਿੰਦੇ ਵੀ ਤੁਹਾਡੀ ਜ਼ਿੰਦਗੀ ਜਿਹੜੀ ਆ ਇਹ ਇਸੇ ਤਰ੍ਹਾਂ ਹੀ ਅਜਾਈ ਨਾ ਚਲੀ ਜਾਏ। ਤੁਸੀਂ ਸਭ ਕੁਝ ਆਪਣਾ ਲੁਟਾ ਕੇ ਨਾ ਬਹਿ ਜਾਇਓ, ਐਵੇਂ ਆਕੜ ਵਿੱਚ ਹੰਕਾਰ ਦੇ ਵਿੱਚ ਹੀ ਨਾ ਰਹਿ ਜਾਇਓ। ਮੂੜੇ ਰਾਮ ਜਪੋ ਗੁਣ ਸਾਰ, ਪਹਿਲਾਂ ਗੁਣ ਨੂੰ ਸੰਭਾਲੋ, ਸ਼ੁਭ ਗੁਣ ਗ੍ਰਹਿਣ ਕਰੋ, ਫਿਰ ਪਰਮੇਸ਼ਵਰ ਦੇ ਨਾਮ ਨੂੰ ਜਪੋ। ਕਿਉਂਕਿ ਇਹ ਜ਼ਿੰਦਗੀ ਦਾ ਇਹ ਲਾਹਾ ਹੈ
ਜਿਹੜਾ ਅਸੀਂ ਜੀਵਨ ਵਿੱਚ ਲੈਣ ਵਾਸਤੇ ਆਏ ਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ। ਆ ਜਿਹੜੇ ਕੁਫਕੜੇ ਭੈੜੇ ਕੰਮਾਂ 'ਚ ਲੱਗ ਗਏ, ਇਹੀ ਤੇ ਮੂੜੇ ਨੇ, ਮੂਰਖ ਨੇ। ਇਹਨਾਂ ਨੂੰ ਇਹ ਨਹੀਂ ਪਤਾ ਸਭ ਮੁੱਕਦੀ ਚੱਲੀ ਰਹਿਣ। ਜ਼ਿੰਦਗੀ ਦੀ ਰਾਤ ਮੁੱਕਣ ਤੇ ਆ ਗਈ ਹੈ, ਪਰ ਜੋ ਲਾਹਾ ਲੈਣਾ ਸੀ ਉਹ ਹਜੇ ਤੱਕ ਲਿਆ ਕੋਈ ਨਹੀਂ। ਬਾਹਰੋਂ ਤਾਂ ਬਹੁਤ ਕੁਝ ਭਰ ਲਿਆ, ਪਰ ਅੰਦਰੋਂ ਖਾਲੀ ਦਾ ਖਾਲੀ ਹੀ ਰਹਿ ਗਿਆ। ਬਾਹਰੋਂ ਸਜਾਵਟ ਤਾਂ ਬਹੁਤ ਕਰ ਲਈ, ਪਰ ਅੰਦਰ ਅੰਦਰ ਜਿਹੜਾ ਸੀ ਉਹ ਬੇਢੰਗਾ ਤੇ ਬੇਰੰਗਾ ਹੀ ਰਹਿ ਗਿਆ। ਇਸ ਲਈ ਸਾਹਿਬ ਜੀ ਨੇ ਮੂੜੇ ਸ਼ਬਦ ਵਰਤ ਕੇ ਸਮਝਾਉਣ ਦਾ ਯਤਨ ਜਿਹੜਾ ਉਹ ਕੀਤਾ। ਇਸ ਸ਼ਬਦ ਦੇ ਰਹਾਉ ਵਾਲੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਸਮਝਾਇਆ ਹੈ। ਸੁਣੀ ਦੇਹ ਡਰਾਵਣੀ, ਜਾਂ ਜੀਓ ਵਿੱਚ ਹੋ ਜਾਏ। ਪਾਹੇ ਬਲੰਦੀ ਵਿੱਚ ਵੀ ਤੋ ਨਾ ਨਿਕਸਿਓ ਕਾਏ। ਪੰਚੇ ਰੁੰਨੇ ਦੁਖ ਪਰੇ, ਬਿਨਸੇ ਦੂਜੈ ਪਾਏ। ਫਿਰ ਸਤਿਗੁਰੂ ਜੀ ਨੇ ਸਮਝਾਇਆ। ਪਹਿਲਾਂ ਆਖਿਆ ਵੀ ਹਉਮੈ ਮਮਤਾ ਮੋਹਣੀ, ਸਭ ਮੁੱਠੀ ਅਹੰਕਾਰ। ਤੂੰ ਐਵੇਂ ਇਸ ਕਾਇਆ ਦੇ ਵਿੱਚ ਮਾਇਆ ਦੀ ਮਮਤਾ ਵਿੱਚ ਫਸ ਕੇ ਆਕੜਦਾ ਰਹਿਣਾ ਹੈ। ਹੰਕਾਰ ਦੀ ਬੋਲੀ ਹਰ ਵੇਲੇ ਬੋਲਦਾ ਰਹਿਣਾ ਹੈ। ਹਉਮੈ ਦੇ ਨਾਲ ਤੂੰ ਹਰ ਵੇਲੇ ਭਰਿਆ ਰਹਿਣਾ ਹੈ। ਪਰ ਇੱਕ ਗੱਲ ਧਿਆਨ ਰੱਖੀ, ਸੁੰਝੀ ਦੇਹ ਡਰਾਵਣੀ, ਜਾਂ ਜੀਓ ਵਿੱਚੋਂ ਜਾਏ। ਜਿਸ ਦਿਨ ਜਿੰਦ ਤੇਰੀ ਇਸ ਕਾਇਆ ਵਿੱਚੋਂ ਨਿਕਲ ਗਈ ਨਾ, ਆ ਦੇਹ ਜਿਹੜੀ ਸਰੀਰ ਜਿਹੜਾ ਹੈ, ਇਹਦੇ ਵਿੱਚੋਂ ਜਿਸ ਦਿਨ ਤੇਰੀ ਜਿੰਦ ਨਿਕਲ ਗਈ, ਆ ਦੇਹ ਸੁੰਝੀ ਰਹਿ ਜਾਣੀ ਹੈ। ਇਹ ਖਾਲੀ ਰਹਿ ਜਾਣੀ, ਖਾਲੀ ਬੋਡੀ ਰਹਿ ਜਾਣੀ ਹੈ, ਇਕੱਲਾ ਸਰੀਰ ਹੀ ਰਹਿ ਜਾਣਾ ਹੈ। ਜਿਸ ਦਿਨ ਇਸ ਜਿੰਦ ਨੇ ਨਿਕਲਣਾ ਹੈ, ਤੇ ਇਹ ਵੀ ਨਹੀਂ ਪਤਾ ਇਹਨੇ ਨਿਕਲਣਾ ਕਦੋਂ ਹੈ। ਪੁੱਛ ਕੇ ਨਹੀਂ ਇਹ ਜਿੰਦ ਨੇ ਨਿਕਲਣਾ ਵੀ ਹਾਂ ਵੀ ਮੈਂ ਆ ਦੇਹ ਛੱਡ ਕੇ ਹੁਣ ਜਾਣਾ ਹੈ ਤੇ ਤੂੰ ਆਪਣਾ ਆਪਾ ਸੰਭਾਲ ਲੈ। ਇੱਥੇ ਪਤਾ ਹੀ ਕੋਈ ਨਹੀਂ ਲੱਗਣਾ ਇਹ ਦੇਹ ਨੇ ਕਦੋਂ ਸੁੰਝੀਆਂ ਹੋ ਜਾਣਾ, ਕਦੋਂ ਇਹ ਦੇਹ ਖਾਲੀ ਹੋ ਜਾਣੀ ਹੈ, ਜਿਹਦੇ ਵਿੱਚ ਸਾਹ ਵੀ ਜਿਹੜਾ ਉਹ ਲੈਣਾ ਮੁਸ਼ਕਲ ਹੋ ਜਾਏਗਾ, ਕਿਉਂਕਿ ਸਾਹ ਆਉਣਾ ਹੀ ਕੋਈ ਨਹੀਂ। ਫਿਰ ਉੱਥੇ ਬੰਦੇ ਦੀ ਆਕੜ ਜਿਹੜੀ ਹੈ ਉਹ ਖਤਮ ਹੋ ਜਾਂਦੀ, ਕਿਉਂਕਿ ਜਦੋਂ ਹੀ ਜਿੰਦ ਨਿਕਲੀ ਉਸੇ ਵੇਲੇ ਦੇਹ ਡਿੱਗ ਜਾਣੀ ਹੈ। ਉਸੇ ਵੇਲੇ ਇਹ ਜਿਹੜਾ ਉਹ ਕਹਿ ਲਓ ਕਿ ਜ਼ਮੀਨ ਤੇ ਲਿਟ ਜਾਣਾ ਹੈ। ਇੱਥੇ ਇਹਦੇ ਸਰੀਰ ਵਿੱਚ ਬਲ ਜ਼ੋਰ ਤਾਕਤ ਇਹਦੇ ਵਿੱਚ ਰਹਿਣਾ ਹੀ ਕੋਈ ਨਹੀਂ। ਜਿਹੜਾ ਸਾਰੀ ਉਮਰ ਆਕੜਿਆ ਹੰਕਾਰ ਦੇ ਵਿੱਚ ਭਰਿਆ ਰਹਿੰਦਾ ਸੀ, ਬਸ ਜਿੰਦ ਨਿਕਲਣ ਦੀ ਦੇਰੀ ਹੈ, ਹੰਕਾਰ ਵੀ ਨਿਕਲ ਗਿਆ, ਆਕੜ ਜਿਹੜੀ ਸੀ ਉਹ ਖਤਮ ਹੋ ਗਈ। ਸਤਿਗੁਰੂ ਜੀ ਬਹੁਤ ਵੱਡਾ ਹਲੂਣਾ ਦੇ ਕੇ ਸਮਝਾਉਂਦੇ ਆ। ਕਹਿੰਦੇ ਨੇ ਉਸ ਦਿਨ ਇਹ ਡਰਾਵਣੀ ਹੋ ਜਾਣੀ ਹੈ। ਜਿਹਨੂੰ ਤੂੰ ਸੁੰਦਰ ਬਣਾ ਕੇ ਰੱਖਦਾ ਨਾ, ਸਮਾਜ ਨੂੰ ਦੁਨੀਆ ਨੂੰ ਦਿਖਾਉਣ ਵਾਸਤੇ ਵੀ, ਲੋਕ ਵੇਖਣ ਵੀ ਇਹਦਾ ਸਰੀਰ ਬੜਾ ਸੁੰਦਰ ਹੈ, ਇਹਦਾ ਚਿਹਰਾ ਬੜਾ ਸੁੰਦਰ ਹੈ, ਪਰ ਉਹ ਅੰਦਰ ਦਾ ਹੰਕਾਰ ਜਿਹੜਾ ਉਹ ਨਹੀਂ ਦੇਖਦੇ। ਹਉਮੈ ਅੰਦੀ ਮੈਲ ਭਰੀ ਹੈ ਉਹ ਨਹੀਂ ਦੇਖਦੇ। ਪਰ ਜਿਹਨੂੰ ਤੂੰ ਦਿਖਾਉਣ ਵਾਸਤੇ ਸੁੰਦਰ ਬਣ ਕੇ ਹਰ ਵੇਲੇ ਰਹਿਣਾ, ਉਹਨਾਂ ਨੂੰ ਹੀ ਤੂੰ ਡਰਾਵਣਾ ਲੱਗਣ ਲੱਗ ਜਾਏਗਾ। ਉਹੀ ਤੇਰੇ ਤੋਂ ਡਰਨ ਲੱਗ ਜਾਣਗੇ। ਫਿਰ ਜਿਨ੍ਹਾਂ ਨੂੰ ਤੂੰ ਸੁੰਦਰ ਸੋਹਣਾ ਲੱਗਦਾ ਸੀ ਘਰ ਦੇ ਵਿੱਚ, ਉਹਨਾਂ ਨੂੰ ਡਰਾਵਣਾ ਲੱਗੇਗਾ ਤੇ ਉਹੀ ਤੈਨੂੰ ਘਰੋਂ ਲਿਜਾਣ ਦਾ ਪ੍ਰਬੰਧ ਕਰਨਗੇ ਵੀ ਜਿੰਨਾ ਜਲਦੀ ਹੋ ਸਕੇ ਇਸ ਡੈਡ ਬੋਡੀ ਨੂੰ ਲੈ ਚੱਲੋ, ਬਹੁਤਾ ਚਿਰ ਘਰ ਨਹੀਂ ਰੱਖਣੀ। ਕਈਆਂ ਨੂੰ ਐਸਾ ਭਿਆਨਕ ਰੋਗ ਸਰੀਰ ਨੂੰ ਲੱਗ ਜਾਂਦਾ ਹੈ, ਔਰ ਤੁਸੀਂ ਵੇਖੋ ਆ 1.5-2 ਸਾਲਾਂ 'ਚ ਬੜਾ ਕੁਝ ਵਿਖਾ ਦਿੱਤਾ ਕੁਦਰਤ ਨੇ। ਜਿਨ੍ਹਾਂ ਤੇ ਤੁਸੀਂ ਭਰੋਸਾ ਕੀਤਾ ਸੀ ਕਿ ਇਹ ਆਪਣੇ ਨੇ, ਉਹਨਾਂ ਨੇ ਤਾਂ ਸੰਸਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਹਨਾਂ ਨੇ ਤਾਂ ਡੈਡ ਬੋਡੀ ਨੂੰ ਹਸਪੀਟਲ ਤੋਂ ਘਰ ਲਿਆਉਣ ਤੋਂ ਵੀ ਇਨਕਾਰ ਕਰ ਦਿੱਤਾ ਵੀ ਘਰ ਨਾ ਲੈ ਕੇ ਆਇਓ,
ਇਹਨੂੰ ਹਸਪੀਟਲ ਤੋਂ ਸਿੱਧਾ ਸ਼ਮਸ਼ਾਨ ਭੂਮੀ ਵਿੱਚ ਹੀ ਲੈ ਜਾਇਓ ਔਰ ਸਾਨੂੰ ਫੋਨ ਕਰਕੇ ਦੱਸ ਦਿਓ, ਜਾਂ ਸਾਨੂੰ ਵੀਡੀਓ ਕਾਲ ਕਰਕੇ ਦੱਸ ਦਿਓ, ਕਿਉਂਕਿ ਨਾ ਅਸੀਂ ਆਉਣਾ ਤੇ ਨਾ ਅਸੀਂ ਡੈੱਡ ਬੋਡੀ ਨੂੰ ਟੱਚ ਕਰਨਾ, ਨਾ ਅਸੀਂ ਉਹਨੂੰ ਹੱਥ ਲਾਉਣਾ। ਰਿਸ਼ਤਾ ਭਾਵੇਂ ਜਿੰਨਾ ਮਰਜ਼ੀ ਗੂੜਾ ਸੀ, ਪਰ ਉਹ ਰਿਸ਼ਤੇ ਸਭ ਜਿਹੜੇ ਆ ਉਹ ਖਤਮ ਹੋ ਗਏ। ਜਿੰਦ ਅੰਦਰ ਨਿਕਲਣ ਦੀ ਦੇਰ ਸੀ, ਆ ਦੇ ਡਰਾਵਣੀ ਹੋ ਗਈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਬਦ ਆਪਾਂ ਬੜੀ ਵਾਰ ਪੜ੍ਹਿਆ ਸੁਣਿਆ, ਜਿਹਦੇ ਵਿੱਚ ਮਹਾਰਾਜ ਜੀ ਕਹਿੰਦੇ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਪ੍ਰੇਤ ਪ੍ਰੇਤ ਕਰ ਭਾਗੀ। ਸਾਡੀ ਹਾਲਤ ਪਤਾ ਕੀ ਹੈ? ਅਸੀਂ ਜਿਉਂਦਿਆਂ ਜੀ ਤਾਂ ਭਾਵੇਂ ਉਹਨੂੰ ਪਾਣੀ ਦਾ ਘੁੱਟ ਨਾ ਦਿੱਤਾ ਹੋਵੇ, ਨਵਾਂ ਬਸਤਰ ਭਾਵੇਂ ਨਾ ਦਿੱਤਾ ਹੋਵੇ, ਨਵੀਂ ਜੁੱਤੀ ਲੈ ਕੇ ਭਾਵੇਂ ਨਾ ਦਿੱਤੀ ਹੋਵੇ, ਜੇ ਕਿਤੇ ਉਹ ਮਰਨ ਤੋਂ ਬਾਅਦ ਰਾਤ ਸੁਪਨੇ ਵਿੱਚ ਆ ਗਿਆ ਨਾ, ਫਿਰ ਮੁੜ ਕੇ ਨੀਂਦ ਕੋਈ ਨਹੀਂ ਆਉਂਦੀ। ਫਿਰ ਅਸੀਂ ਸਿਆਣਿਆਂ ਸਵੇਰੇ ਉੱਠਦਿਆਂ ਪਹਿਲਾਂ ਸਿਆਣਿਆਂ ਕੋਲ ਭੱਜਦੇ ਹਾਂ ਵੀ ਸਾਡਾ ਆਹ ਪ੍ਰਾਣੀ ਜਿਹੜਾ ਕੁਝ ਦਿਨ ਪਹਿਲਾਂ ਸਰੀਰ ਛੱਡ ਗਿਆ ਸੀ, ਇਹ ਮੇਰੇ ਸੁਪਨੇ 'ਚ ਕਿਉਂ ਆਉਂਦਾ ਹੈ? ਤੇ ਜਿੱਦਣ ਸਰੀਰ ਛੱਡਿਆ ਸੀ ਉਸ ਦਿਨ ਰੋ ਰੋ ਕੇ ਬੁਰਾ ਹਾਲ ਸੀ ਵੀ ਕਿਉਂ ਚਲਾ ਗਿਆ, ਤੂੰ ਕਿਉਂ ਸਾਥ ਛੱਡ ਗਿਆ। ਤੇ ਜੇ ਉਹ ਅੱਜ ਆ ਗਿਆ ਤੇ ਅੱਜ ਫਿਰ ਘਬਰਾ ਗਿਆ ਵੀ ਇਹ ਕਿਉਂ ਆ ਗਿਆ। ਫਿਰ ਅੱਗੋਂ ਦੱਸਣ ਵਾਲੇ ਨੇ ਵੀ ਆਖਿਆ ਸੀ ਵੀ ਤੁਸੀਂ ਇਹਦੇ ਮਰਨ ਤੇ ਬਸਤਰ ਨਹੀਂ ਦਿੱਤਾ ਹੋਣਾ, ਉਹ ਮੰਗਣ ਆਉਂਦਾ ਹੈ। ਤੁਸੀਂ ਇਹਦੇ ਨਾਮ ਤੇ ਆਹ ਦਾਨ ਨਹੀਂ ਕੀਤਾ ਹੋਣਾ, ਉਹ ਮੰਗਣ ਆਉਂਦਾ ਹੈ। ਤੇ ਜਿੰਨਾ ਚਿਰ ਤੁਸੀਂ ਦਾਨ ਨਹੀਂ ਕਰੋਗੇ ਇਹ ਆਉਂਦਾ ਹੀ ਰਹੇਗਾ। ਫਿਰ ਅਸੀਂ ਦੇਰੀ ਕੋਈ ਨਹੀਂ ਲਾਉਂਦੇ। ਅਸੀਂ ਇਹ ਨਹੀਂ ਕਹਿੰਦੇ ਵੀ ਕੱਲ ਦੇਖਾਂਗੇ ਜਾਂ 10 ਦਿਨ ਬਾਅਦ, ਮਹੀਨੇ ਬਾਅਦ, ਨਹੀਂ, ਅਸੀਂ ਕਹਿੰਦੇ ਅੱਜ ਹੀ ਨਿਬੇੜੋ, ਭਾਵੇਂ ਅੱਜ ਰਾਤ ਨੂੰ ਨਹੀਂ ਆਉਣਾ ਚਾਹੀਦਾ। ਇਹ ਹਾਲਤ ਹੈ ਸਾਡੀ। ਕਹਿੰਦੇ ਤੂੰ ਕਿਸ ਦੇਹ ਦਾ ਮਾਣ ਕਰਦਾ ਹੈ, ਕਾਹਵੇਂ ਕਿਉਂ ਐਵੇਂ ਆਕੜਿਆ ਤੇ ਹੰਕਾਰਿਆ ਫਿਰਦਾ, ਤੇਰੀ ਤਾਂ ਬਾਤ ਕਿਸੇ ਪੁੱਛਣੀ ਕੋਈ ਨਹੀਂ। ਜਿਸ ਦਿਨ ਦੇਹ ਸੁੰਜੀ ਹੋ ਗਈ ਉਸ ਦਿਨ ਤੋਂ ਹੀ ਤੂੰ ਡਰਾਵਣਾ ਲੱਗਣ ਲੱਗ ਜਾਏਗਾ। ਕਿੱਥੇ ਗਈ ਤੇਰੀ ਆਕੜ? ਜਿਹੜਾ ਤੂੰ ਹਉਮੈ ਦੀ ਬੋਲੀ ਬੋਲਦਾ ਸੀ, ਹੁਣ ਬੋਲਿਆ ਕੋਈ ਨਹੀਂ ਜਾਣਾ, ਕਿਉਂਕਿ ਜਿੰਦ ਨਿਕਲ ਗਈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ। ਹੰਸ ਜਿੰਦ ਨੇ ਇਹ ਕਾਇਆ ਨੂੰ ਤਜ ਦਿੱਤਾ। ਪ੍ਰੇਤ ਪ੍ਰੇਤ ਕਰ ਭਾਗੀ। ਫਿਰ ਉਹ ਕਮਰੇ ਵਿੱਚ ਜਾਣ ਤੋਂ ਵੀ ਡਰ ਲੱਗਦਾ ਹੈ। ਜਿੱਥੇ ਦੇਹ ਸੁੰਜੀ ਪਈ ਹੈ ਨਾ, ਸੁੰਜੀ ਦੇਹ, ਖਾਲੀ ਡੈੱਡ ਬੋਡੀ ਪਈ ਹੈ, ਉਸ ਕਮਰੇ ਵਿੱਚ ਜਾਣ ਤੇ ਵੀ ਡਰ ਲੱਗਦਾ ਵੀ ਕਿਤੇ ਉਹ ਆ ਹੀ ਨਾ ਜਾਏ, ਕਿਤੇ ਉੱਠ ਨਾ ਪਏ, ਬੋਲ ਹੀ ਨਾ ਪਏ। ਐਸੀ ਹਾਲਤ ਹੈ ਦੁਨੀਆ ਦੀ। ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਂ ਸਿਓ ਨੇਹ ਲਗਾਇਓ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਜਿਹਦੇ ਨਾਲ ਤੂੰ ਇੰਨਾ ਨੇਹ ਪਾ ਕੇ ਬੈਠਾ ਹੋਇਆ ਨਾ, ਆ ਦੁਨੀਆ ਦਾ ਵਿਵਹਾਰ ਵੀ ਵੇਖ ਲੈ ਫਿਰ ਕਿੱਦਾਂ ਦਾ ਹੈ। ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕੰਮ ਨਾ ਆਇਓ। ਕਿਸੇ ਤੇਰੇ ਕੰਮ ਨਹੀਂ ਆਉਣਾ ਮੂੜੇ, ਰਾਮ ਜਪੋ ਗੁਣ ਸਾਰ। ਇਹ ਮੂਰਖ ਤੂੰ ਕਿਹੜੇ ਭੁਲੇਖੇ ਵਿੱਚ ਤੁਰਿਆ ਫਿਰਦਾ ਹੈ, ਕਿਹੜੇ ਭਰਮ ਦੇ ਵਿੱਚ ਜਿਹੜਾ ਉਹ ਤੁਰਿਆ ਫਿਰਦਾ ਹੈ। ਸਾਰੇ ਭਰਮ ਉਦੋਂ ਨਿਕਲ ਜਾਂਦੇ ਆ ਜਦੋਂ ਜਿੰਦ ਨਿਕਲਦੀ ਹੈ ਤੇ ਦੇਹ ਸੁੰਜੀ ਰਹਿ ਜਾਂਦੀ ਹੈ ਨਾ, ਉਸੇ ਵੇਲੇ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਔਰ ਜਿਹੜਾ ਪਰਿਵਾਰ ਇਕੱਠਾ ਹੋਇਆ ਹੁੰਦਾ ਹੈ, ਮਾਫ ਕਰਨਾ ਸੱਚ ਹੈ ਇਹ। ਤੇ ਜੇ ਕਿਤੇ 10 ਮਿੰਟ ਵੱਧ ਸ਼ਮਸ਼ਾਨ ਭੂਮੀ ਵਿੱਚ ਲੱਗ ਜਾਣ ਤੇ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਵੀ ਅਸੀਂ ਇੰਨਾ ਜ਼ਰੂਰੀ ਕੰਮ ਛੱਡ ਕੇ ਆਏ ਆ ਤੇ ਇਹ ਹਜੇ ਸੰਸਕਾਰ ਹੀ ਕੋਈ ਨਹੀਂ ਕਰਦੇ। ਇੰਨੇ ਵਜੇ ਇਹਨਾਂ ਨੇ ਬੁਲਾਇਆ ਸੀ ਤੇ ਅੱਧਾ ਘੰਟਾ ਹੋ ਗਿਆ ਸਾਨੂੰ ਖਲੋਤਿਆਂ, ਮੈਂ ਤੇ ਇੰਨਾ ਜ਼ਰੂਰੀ ਕੰਮ ਜਾਣਾ ਸੀ। ਉਸ ਵੇਲੇ ਜਿਹੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ, ਤੁਸੀਂ ਵੀ ਸਮਾਜ 'ਚ ਰਹਿੰਦੇ ਹੋ, ਕਿੰਨਿਆਂ ਨਾਲ ਆਪਾਂ ਨੂੰ ਜਾਣਾ ਸਮਾਜ ਵਿੱਚ ਪੈਂਦਾ ਤੇ ਗੱਲਾਂ ਸੁਣਨ ਲਈ ਹੀ ਮਿਲਦੀਆਂ ਨੇ।
क्यों? क्योंकि सब कहते हुण दस किथे गया। यही तो व्यवहार है दुनिया का। जिन्हां नाल तू इन्ना नहीं लाया सी उन्हां नूं ही तू डरावना लगन लग पिया। ते जिस समाज विच रह के तू होमे ते हंकार नाल ते उस माया दी मोहनी ममता विच फसिया पिया सी, कहंदे ने इत्थे पता ही उदों लगना है सुंजी देह डरावणी। जदों ये खाली देह डरावनी लगेगी। जां जियो विचों जाए, जां जदों जियो जिंद विचों जाए, इस देह विचों जिंद ने चले जाना है। ये कोई नहीं पता कदों जाना है। क्या जाना किव मरेंगे, कैसा मरना होए। बाहरों डरावने लगांगे एक दिन, पर इस तो पहला पहला अंदर सवार लईए। कल ते आस रख के नहीं, अज ही सवारना पैना है। अज ही, क्योंकि कल तो पता ही नहीं। मत के जापै सा आवे कि ना आवे, ते पता ही कोई नहीं। अज ही शुरुआत अपने अंदर नूं सवारन दी करनी पैनी है, क्योंकि बाहरों तो एक दिन डरावने होना ही होना है। असी अंदर भी जिहड़ा रूप अपना करूप ही बना के रखिया। ये भी गल ध्यान च रखियो। आप जी सूझवान हो, गुरबाणी दी समझ है, इतिहास भी आप जी जानदे हो कि जिहड़ा बाहरों करूप दस्या सी मेरे सतगुरु ने उहनूं सुंदर किया है, उन्होंने स्वरूप वाला किया। जिहड़ा बाहरों सुंदर दिसदा सी उन्होंने मेरे महाराज ने करूप किया। जिहड़ा बाहरों मिठा दिसदा सी उन्होंने महाराज ने कौड़ा किया है, ते जिहड़ा कौड़ा दिसदा सी उन्होंने आख्या इहदे अंदर तां मिठास है। इहदे तां सिर्फ बोलां विच ही कड़वाहट है, पर अंदर फिर कई बारी कहंदे आ ना भी ये तां बोल ही इहदे सख्त ने, दिल दा बड़ा नरम है। इसलिए सतगुरु महाराज जी कहते हैं ध्यान रखी तिन्ना मुख डरावने। एक दिन तो देह डरावनी होनी है, वो तो एक दिन होनी है जदों मलकल मौत जा आवसी, सब दरवाजे भन। एक दिन ये देह भी तेरी डरावनी हो जानी है। जिन्ना मर्जी इनू चमका लै लिशका लै, जिन्ना मर्जी इनू सुंदर सोहना बना लै, पर ये डरावनी हो जानी है। पर तू अंदर झाती मार, अजे जिंद निकली नहीं, डरावना ते अंदरों पहला ही है तू। तिन्ना मुख डरावने जिन्ना विसारियों नाओ। जिन्होंने अंदरों परमेश्वर का नाम विसार दिता। इत्थे दुख कनेरिया अगे ठौर ना ठाओ। इत्थे ही नहीं जिंदगी दे दुख मुकने, अगे थां कोई नहीं मिलनी। बड़ी बार आप जी दे नाल सांझ पाई कि जिन्ना आपां अपनी बॉडी नूं, शरीर नूं, अपने मुख नूं, फेस नूं सवारन, चमकाउण, लिशकाउण दे विच लगदे आ ना, उहदे नालों असीं परमेश्वर दे नाम दा अभ्यास करके अंदरों सुंदर होण दा यतन करिए। अपनियां विचारां नूं सुंदर बनाओ, अपने आचरण नूं सोहना बनाओ, अपनी सोच चंगी रखो। सोच माड़ी होवे, आचरण माड़ा होवे, विचारां माड़ियां होण, बाहर दी सुंदरता की करेगी। अष्टावक्र ने जनक राजे दे दरबार दे विच की गल आखी सी। वो कहंदे मैनूं भुलेखा सी कि तेरे दरबार विच बड़े चोटी दे ज्ञानी बैठदे आ, बड़े चोटी दे ज्ञानी बैठदे आ। मैनूं भुलेखा सी तेरे दरबार विच आउण तो पहलां, पर भुलेखा निकल गया। आ जिन्ने भी बैठे चोटी दे ज्ञानी ये सिर्फ चम दे ही ज्ञानी ने, इन्हां नूं मन दा कोई ज्ञान नहीं है। ये चम दे ही ज्ञानवान बैठे ने, मैनूं भुलेखा निकल गया। क्योंकि अष्टावक्र जिहदे 8 वल पैंदे ने, टेढ़ा मेढ़ा हो के तुरना। ते जदों दरबार विच एंटर कीता, नाल ही सारे हसन लग पए। कहण लगे भी ये ज्ञानी नहीं हो सकते जिहड़े चम नूं वेख के हस पैण, इन्हां नूं ज्ञानवान नहीं कहा जा सकता। असीं चम नूं ही लैके हजे तक चल रहे हैं, पर ये चम, ये चमड़ी, हाड़ मांस नाड़ी को पिंजर, आ जिहड़ा पिंजर है ये एक दिन खाली रह जाना जिस दिन पंछी अंदरों उड़ गया।
पिंजरे की कीमत भी उदों तक है जदों तक विच पंछी बैठा है। उदों असी पिंजरे नूं साफ भी करांगे, उन्हों सोहना बना के भी रखांगे, पर जिस दिन पंछी उड़ गया तो पिंजरा एक पासे पिया रहिंदा है, जाले लगे रहिंदे है, कोई ध्यान भी नहीं दिंदा। क्यों? क्योंकि पंछी उड़ गया। पंछी करके पिंजरे की कीमत सी। साडा भी जिहड़ा ये मान सन्मान ये पिंजरे का हो रहा है, ये जिंद करके हो रहा है। जे अंदरों जिंद निकल गई तो इस डैड बॉडी नूं किने मान देना है, किने नूं सत्कार देना है। ताई ते आख्या सी भी जिंदे तू मेरा साथ ना छड्डी, नहीं ते घर भी मैनू घर वालियां ने नहीं रहन देना। ते अगों जिंद ने आख्या सी तू मेरे ते भरोसा कोई ना रखी, आई आग्या फिर हों बुलाया, ना धन पुछी न मता पगाया। मैं तेरे नाल कोई सलाह मशवरा नहीं करना, मैं कोई तेनों पूछना नहीं है भी तू 50 साल मैं तेरा साथ दिता है, तू मेरा साथ दिता है, मैं तेनों 5 मिनट भी नहीं देने, 5 मिनट भी छड्डो 5 पल भी नहीं देने, 5 सवास छड्डो 1 साह भी तेनों नहीं देना, समझण वास्ते 1 पल भी तेनों नहीं देना। ते गुरु साहब कहते इनू ही तो कहते हम आदमी हाँ एक दमी, मोहलत मौत ना जाना। पर जिहड़ा हंकार दे विच आकड़िया पिया वो इस गल नूं समझण नूं तैयार नहीं, आकड़ अपनी छड्डण वास्ते तैयार नहीं। इसलिए सतगुरु महाराज जी कहते देख लै फिर सुंजी देह डरावणी, ये सुंजी खाली हो जानी है, ये डरावनी हो जानी है जदों जीओ विचों निकल गया। भाहे बलंदी विच भी धू ओ न निकसिओ काए, कहते धू ओ भाव की कूड़ा उतों दी ओदा मूँह खुला जिहड़ा धू ओदा अर्थ है कि सवास, एक हुंदा धुआं। जदों शरीर का संस्कार होना उदों ते धुआं निकलदा ना, पर आ जिहड़ा धू दा अर्थ है सवास, तेरा अंत नूं सवास भी कोई नहीं निकलना, साह भी कोई नहीं निकलना। ते अज ते आपां वेख रहे हां सिस्टम किदां दा है कि खाली देह दे विच भी ऑक्सीजन भर के ते किन्ने दिन उहनूं रखिया जांदा है। लोक मुर्दियां तो भी पैसे कमा रहे हैं, डैड बॉडी तो भी लोग जिहड़े आ वो पैसा कमा रहे हैं भी ये ते चला ही जा ही रहा है दुनिया तो, पर इहदे तो भी कुछ लाहा लै लईए। असीं जिउंदियां नूं नहीं छड्डिया, पर ऐसी माया ममता मोहनी ने सानू मोह लिया, असीं मुर्दियां नूं भी नहीं छड्डिया। इसलिए साहब कहंदे ध्यान रखी भाहे बलंदी विच भी जिहड़ी अंदर अग्नि बल रही सी ना वो बुझ जानी है। टैंपरेचर है ना साडे शरीर का, अग ताप ते है अंदर, 5 तत्तां का शरीर है, उस 5 तत्तां दे विच अग्नि भी ते है। कहंदे वो अग्नि भी एक दिन ठंडी, जदों बंदा मुर्दा हो जाए तो शरीर ठंडा पै जाता है, असीं हथ लाउने आ कहंदे इत्थे ठंडा हो गया शरीर, भावे इहदे अंदर जिहड़ी अग बल रही सी अग्नि तत्त सी वो खत्म हो गया। इसलिए कह रहे ने जिहड़ी जदों ये देह डरावनी हो जानी, सुंजी हो जानी है, ते जिहड़ी भाहे, भाहे का अर्थ की हुंदा अग्नि, अग जिहड़ी अंदर बलंदी बल रही सी विच भी बुझ गई, ठंडी पै गई। ये अग जदों ठंडी पै गई, जदों शरीर ठंडा पै गया, धू न निकसिओ काए, फिर कोई साह नहीं अंदरों निकलना, कोई साह अंदर भर भी नहीं सकता ते साह उस वेले लै भी नहीं सकता। फिर तेरी वो जिहड़ी सुंजी देह पई है ना, हुण साडे इस देह दा विच की है, ज्ञान इंद्रे कर्म इंद्रे, एक परिवार है ना इस देह दा, वो है कर्म इंद्रे ज्ञान इंद्रे सुरत मत मन बुद्ध आत्मक जिन्हों जिंद कहंदे आ। जदों ये जिंद अंदरों निकल गई तो परिवार ने भी साथ, बाहर दे परिवार ने तो साथ छड्डना है, पर आ जिहड़ा परिवार सी ना ज्ञान इंद्रे कर्म इंद्रे ये भी साथ छड्ड देणगे, ये भी नहीं काम करनगे। अखां नहीं काम करनगियां, कन नहीं काम करनगे, जुबान नहीं काम करेगी, ये हाथ पैर काम नहीं करनगे क्योंकि डैड हो गए। ये काम उदों कर रहे सी जदों अंदर
इस शरीर का मालिक बैठा सी जिंद, जदों मालिक ही निकल गया, जदों मालिक ही निकल गया, फिर ये ज्ञान इंद्रे कर्म इंद्रियां ने भी काम करना बंद कर देना, इन्हां ने भी नहीं काम करना। फिर की होएगा, आ जिहड़े ज्ञान इंद्रे ने ना ये धाहां मार के रोणगे, जां इदां कह लो कि किसी दी ना डैड बॉडी पई है, सुंझी दे पई है, ते गुरु नानक साहब कोलों लंघे होणगे उहदे ते महसूस किया होएगा भी ये सारी जिंदगी मूर्ख बन के अजाई ही जिंदगी गवा दी। इहदे तां हुण ज्ञान इंद्रे भी रो रो के कह रहे आ कि साडा ते जीवन किसे लेखे ही नहीं लगा। असीं जिहड़ा ज्ञान लैण वास्ते आए सां उस पासे सानू तोरिया ही कोई नहीं। असीं ये देखो हुण रोज जिहड़ा नितनेम करदा है उहनूं पता है ना कि नेत्रां नूं की कहंदे आ, आपां रोज की कह रहे हां, असीं कन्नां नूं रोज की कह रहे हां, असीं जुबान नूं रोज की कह रहे हां, ताकि ये उस पासे लगण ज्ञान इंद्रे जो ज्ञान लेना चाहिदा सी सानू। पर जिदन दे डरावनी हो गई, इन्हां ने भी धाहां मार के रोना भी सारी जिंदगी असीं वो खटिया ही नहीं जो खटना सी। ए सरवणो मेरियो सच सुनने नो पठाए, ते सच सुनिया ही नहीं सारी जिंदगी। हे रसना तू अन रस राज रही, तेरी प्यास न जाए। ते होर रस तां लए ने, होर स्वादां दा ज्ञान ते ले लिया, पर नाम दे रस दा ज्ञान नहीं आया, वो ज्ञान प्राप्त ही नहीं होया। फिर पूरी बॉडी नूं ही संबोधन कर दिता, ए शरीरा मेरिया इस जग में आए के क्या तुद कर्म कमाया, तू की कीता। साहब जी कहते मैं देख रहा भी जिहदी देह सुंजी पई है ना, विचों जिंद निकल गई है, अग भी ठंडी पै गई है, साह भी कोई नहीं निकलदा पिया, डैड हो गया, साह भी कोई नहीं निकलदा। पंचे रुने दुख परे, बिन से दूजे पाए। पंचे रुने पंज जिहड़े आ वो रुने रो रहे ने, धाहां मार रहे ने, किहड़े ज्ञान इंद्रे, ये भी अंदरों धाहां मार मार के रोंदे पए ने, क्योंकि दूजे भाए, दूजे का अर्थ है संसार माया, भाए का अर्थ है प्रेम। ये संसार नाल ही देह ने प्रेम पा के बैठना कीता। सारी जिंदगी इस शरीर ने संसार नाल ही प्यार पा के रखिया, ते ज्ञान भी संसार का ही हासिल किया। हुण पंजे भी रोंदे आ भी अखां विच जोत क्यों रखी सी, कन्नां विच स्रोत क्यों रखी सी, जुबान उत्ते बोलण दी समर्था क्यों रखी सी। जिन कन कीते अखी नाक, जिन जिहबा दिती बोले तात। पर वो सारी जिंदगी समझ नहीं आई। हुण पंचे रुने वो भी रोंदे आ, इनू महसूस करना है। आपां कहांगे जिहड़ी डैड बॉडी आ उत्थे ज्ञान इंद्रे किवें रोणगे, ये तां एक समझाउण लई गल आखी है भी वो भी रोंदे आ कि जिस पासे लाउणे सी इन्हां ज्ञान इंद्रियां नूं उस पासे लाया ही कोई नहीं। बस दूजे भाए, एक दा अर्थ है निरंकार, दूजे दा अर्थ है संसार। बस ये संसार नाल ही मोह प्यार पा के बैठा रहा ते संसार दा ही ज्ञान हासिल करता रहा। पर जो लाहा लेना सी इन्हां पंजां राही वो लाहा लिया ही कोई नहीं, वो लाहा खट, क्योंकि इन्हां पंज ज्ञान इंद्रियां राही ही ज्ञान लैके असीं लाहा खटना सी। ते कर्म इंद्रियां दी ते गल बाद विच है ना, जे ज्ञान इंद्रे काम करनगे तां कर्म इंद्रियां ने काम करना है, जे ज्ञान नहीं तां कर्म इंद्रे भी नहीं चलने। ये सिस्टम ही मालिक ने इदां मशीनरी बनाई है कि आ पंज पार्ट काम करनगे ते उहदे अगों पंज पार्ट जिहड़े आ वो तां चलणगे। इसलिए ज्ञान इंद्रियां दी गल महाराज ने कीती है भी ये भी हुण रोंदे आ धाहां मार के कि हुण देह सुंजी हो गई, परिवार वालियां नूं भी डरावनी लगन लग पई। इसलिए सतगुरु महाराज जी ने आख्या सी मूड़े राम जपो, तू इन्हां नेत्रां नाल ओ काम लै जिस वास्ते तैनूं दिते ने, कन्नां नाल, जुबान नाल, इन्हां हत्थां पैरां नाल ओ काम कर जिस वास्ते तैनूं ये दे उस मालिक ने दिती है। जिनी नाम
ਵਿਸਾਰਿਆ ਦੂਜੀ ਕਰ ਲਗ ਦੁਬਿਧਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਹੋਰ ਮੁਠੀ ਤੰਦੈ ਠੱਗ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸ਼ਬਦ ਰਾਹੀਂ ਕਿਰਪਾ ਕਰਕੇ ਸਮਝਾਉਂਦੇ ਨੇ, ਜਿਨ੍ਹਾਂ ਨੇ ਨਾਮ ਵਿਸਾਰਿਆ, ਸਾਰੀ ਜ਼ਿੰਦਗੀ ਨਾਮ ਵਿਸਾਰ ਕੇ ਰੱਖਿਆ, ਹੁਣ ਨਾਮ ਕਿਉਂ ਵਿਸਰ ਗਿਆ? ਦੂਜੀ ਕਾਰੈ ਲੱਗ, ਕਿਉਂਕਿ ਉਹ ਦੂਜੇ ਕੰਮ ਲੱਗ ਗਏ। ਦੂਜੇ ਦਾ ਅਰਥ ਹੈ ਸੰਸਾਰ ਦੇ ਕੰਮ ਲੱਗ ਗਏ। ਉਹ ਮਾਇਆ ਦੇ ਮੋਹ ਵਿੱਚ ਫਸ ਕੇ ਦੂਜੇ ਹੀ ਕਾਰੇ ਲੱਗੇ ਰਹੇ। ਜਿਹੜਾ ਕੰਮ ਕਰਨਾ ਸੀ ਉਹ ਕੀਤਾ ਹੀ ਕੋਈ ਨਹੀਂ। ਉਹਦੇ ਵਾਸਤੇ ਟਾਈਮ ਹੀ ਨਹੀਂ ਮਿਲਿਆ, ਉਹਦੇ ਵਾਸਤੇ ਸਮਾਂ ਹੀ ਨਹੀਂ ਲੱਗਾ। ਦੂਜੇ ਕਾਰੇ ਹੀ ਜਿਹੜੇ ਸੀ ਲੱਗੇ ਰਹੇ, ਨਿੰਦਾ ਚੁਗਲੀ ਦੇ ਕਾਰੇ ਹੀ ਲੱਗੇ ਰਹੇ, ਝੂਠ ਵਿਕਾਰ ਦੇ ਕਾਰੇ ਹੀ ਲੱਗੇ ਰਹੇ। ਜਿਹੜੇ ਦੂਜੇ ਕਾਰੇ ਲੱਗੇ ਰਹੇ ਉਹਨਾਂ ਨੇ ਨਾਮ ਵਿਸਾਰ ਦਿੱਤਾ। ਦੁਬਦਾ ਲਾਗੇ, ਉਹਨਾਂ ਅੰਦਰ ਦੁਬਦਾ ਜਿਹੜੀ ਸੀ, ਦੁਚਿੱਤਾਪਨ ਜਿਹੜਾ ਸੀ, ਉਹਨੇ ਤੁਰਨ ਹੀ ਕੋਈ ਨਹੀਂ ਦਿੱਤਾ। ਕਹਿੰਦੇ ਉਹ ਜਿਹੜੀ ਦੁਬਦਾ ਸੀ ਨਾ, ਉਹਦੇ ਵਿੱਚ ਲੱਗੇ ਹੋਏ ਪਚ ਮੂਏ ਖੁਆਰ ਹੋ ਕੇ ਮੂਏ ਮਰ ਗਏ। ਦੁਬਦਾ ਵਿੱਚ ਹੀ ਸਾਰੀ ਜ਼ਿੰਦਗੀ ਲੰਘਾ ਦਿੱਤੀ ਤੇ ਦੁਬਦਾ ਵਿੱਚ ਹੀ ਪਏ ਰਹੇ। ਸਾਨੂੰ ਤੇ ਆਖਿਆ ਸੀ ਦੁਬਦਾ ਨਾ ਪੜੋ, ਹਰ ਦਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਇਹਦਾ ਮਤਲਬ ਮੜੇ ਮਸਾਨ ਵੀ ਦੁਬਦਾ ਹੈ, ਧਾਗੇ ਤਵੀਤ ਵੀ ਦੁਬਦਾ ਹੈ। ਤੇ ਕਿੰਨੀ ਦੁਨੀਆ ਜਿਹੜੀ ਆ ਇਹਨਾਂ ਦੇ ਚੱਕਰਾਂ ਵਿੱਚ ਪਈ ਹੋਈ ਆ, ਉਹ ਦੁਬਦਾ ਵਿੱਚ ਹੀ ਹੈ ਨਾ। ਤੇ ਉਹ ਦੁਬਦਾ ਜਿਹੜੀ ਅੰਦਰ ਬਣੀ ਹੋਈ ਹੈ ਵੀ ਧਾਗਿਆਂ ਨੇ ਪਾਰ ਲੰਘਾ ਦੇਣਾ ਹੈ, ਬੜੀਆਂ ਮਸਾਣਾਂ ਨੇ ਪਾਰ ਲੰਘਾ ਦੇਣਾ ਹੈ। ਸਾਡੇ ਦੁੱਖ ਇਹਨਾਂ ਨੇ ਕੱਟਣੇ ਨੇ, ਸਾਡੀ ਮੁਸੀਬਤ ਦਾ ਹੱਲ ਇਹਨਾਂ ਧਾਗੇ ਤਵੀਤਾਂ ਵਿੱਚੋਂ ਦੀ ਨਿਕਲਣਾ ਹੈ। ਇਹ ਦੁਬਦਾ ਵਿੱਚ ਪਏ ਪਏ ਖੱਪ ਕੇ ਮੋਏ ਜਾਂਦੇ ਨੇ। ਖੱਪ ਦਾ ਅਰਥ ਹੈ ਖੁਆਰ ਹੋਣਾ, ਦੁਖੀ ਹੋਣਾ, ਪਰੇਸ਼ਾਨ ਹੋਣਾ। ਇਹਨਾਂ ਦੀਆਂ ਪਰੇਸ਼ਾਨੀਆਂ ਦਾ ਕੋਈ ਹੱਲ ਜਿਹੜਾ ਇਹਨਾਂ ਵਿੱਚੋਂ ਧਾਗਿਆਂ ਤਵੀਤਾਂ ਚੋਂ ਨਹੀਂ ਜੇ ਨਿਕਲਦਾ। 2 ਦਿਨ ਪਹਿਲਾਂ ਇੱਕ ਸੱਜਣ ਮਿਲਿਆ, ਉਹ ਰੋ ਪਿਆ। ਉਹ ਕਹਿੰਦਾ ਵੀ ਮੇਰਾ ਬੱਚਾ ਛੋਟਾ ਜਿਹਾ ਸੀ ਤੇ ਉਹ ਬੱਚਾ ਸਰੀਰ ਛੱਡ ਗਿਆ। ਪਤਾ ਕਿਉਂ ਛੱਡ ਗਿਆ? ਆ ਦੁਬਦਾ ਵਿੱਚ ਹੀ ਕੋਈ ਰੋਗ ਉਹਨੂੰ ਲੱਗ ਗਿਆ ਸੀ ਤੇ ਰੋਗ ਐਸਾ ਲੱਗਾ, ਉਹ ਚਲਾ ਗਿਆ ਪੁੱਛਣ, ਜਿਹੜੇ ਦਸਾਉਣ ਵਾਲੇ ਸਿਆਣੇ ਹੁੰਦੇ ਨਾ, ਉਹਨਾਂ ਕੋਲ ਚਲਾ ਗਿਆ ਤੇ ਉਹਨਾਂ ਨੇ ਦੱਸਿਆ ਵੀ ਤੂੰ ਆਹ ਦਾਨ ਕਰ ਦੇ, ਇਸ ਦਿਨ ਤੂੰ ਆਹ ਦਾਨ ਕਰ ਦੇ, ਤੇਰਾ ਪੁੱਤਰ ਰਾਜ਼ੀ ਹੋ ਜਾਏਗਾ। ਉਹਦਾ ਟ੍ਰੀਟਮੈਂਟ ਕਰਾਇਆ ਹੀ ਕੋਈ ਨਹੀਂ, ਉਹਦਾ ਇਲਾਜ ਕਰਾਇਆ ਹੀ ਕੋਈ ਨਹੀਂ, ਉਹਨੂੰ ਮੈਡੀਸਨ ਦਵਾਈ ਉਹਨੂੰ ਦਿੱਤੀ ਕੋਈ ਨਹੀਂ। ਬਸ ਆਖਿਆ ਵੀ ਤੂੰ ਇੱਥੇ ਜਾ ਕੇ ਆਹ ਦਾਨ ਕਰਿਆ, ਫਲਾਣੇ ਰੁੱਖ ਤੇ ਜਾ ਕੇ ਧਾਗਾ ਬੰਨ ਕੇ ਆ ਜਾ, ਫਲਾਣੇ ਰੁੱਖ ਹੇਠਾਂ ਦੀਵਾ ਜਗਾ ਕੇ ਆ ਜਾ। ਉਹ ਕਹਿੰਦਾ ਮੈਂ ਕੋਈ ਨਹੀਂ ਛੱਡਿਆ, ਦੀਵੇ ਵੀ ਜਗਾਏ, ਮੈਂ ਰੁੱਖਾਂ ਤੇ ਧਾਗੇ ਵੀ ਬੰਨਦਾ ਰਿਹਾ, ਦਰਿਆਵਾਂ ਵਿੱਚ ਜਾ ਕੇ ਰੋੜਦਾ ਵੀ ਰਿਹਾ, ਪਰ ਮੇਰਾ ਬੱਚਾ ਫਿਰ ਨਹੀਂ ਬਚਿਆ। ਉਸ ਰੋਗ ਦੇ ਕਾਰਨ ਬੱਚਾ ਜਿਹੜਾ ਸੀ ਮੇਰਾ ਮੋਇਆ। ਉਸ ਦਿਨ ਤੋਂ ਕਹਿੰਦਾ ਮੇਰਾ ਵਿਸ਼ਵਾਸ ਹੀ ਇਹਨਾਂ ਲੋਕਾਂ ਤੋਂ ਉੱਠ ਗਿਆ। ਪਰ ਕਦੋਂ ਉੱਠਿਆ? ਜਦੋਂ ਜ਼ਿੰਦਗੀ 'ਚ ਏਡਾ ਵੱਡਾ ਘਾਟਾ ਪੈ ਗਿਆ। ਉਹ ਕਹਿਣ ਲੱਗਾ ਵੀ ਹੁਣ ਇਹਨਾਂ ਲੋਕਾਂ ਤੇ ਪਲ ਮੈਂ ਜਾਂਦਾ ਹੀ ਨਹੀਂ ਆ। ਤੇ ਗੁਰਬਾਣੀ ਤਾਂ ਕਦੋਂ ਦੀ ਸਾਨੂੰ ਦੁਬਦਾ ਚੋਂ ਕੱਢਦੀ ਹੈ। ਗੁਰਬਾਣੀ ਤਾਂ ਸਾਨੂੰ ਕਦੋਂ ਦੀ ਹੋਕਾ ਦੇ ਦੇ ਕੇ ਕਹਿ ਰਹੀ ਹੈ ਮੜੇ ਮਸਾਣ ਨਾ ਜਾਈ। ਉਹ ਕਹਿੰਦੇ ਨਾ ਜਾਈ, ਅਸੀਂ ਕਹਿੰਦੇ ਨਹੀਂ ਜਾਵਾਂਗੇ। ਜਿਹੜੇ ਰਾਹ ਰੋਕਦੇ ਆ ਨਾ ਉਸੇ ਰਾਹ ਹੀ ਅਸੀਂ ਜਾਂਦੇ ਆ, ਕਿਉਂਕਿ ਸਾਡਾ ਵੀ ਐਸਾ ਸੁਭਾਅ ਹੈ ਵੀ ਸਾਨੂੰ ਜਿਹੜੇ ਰਾਹ ਕੋਈ ਰੋਕੇ ਅਸੀਂ ਉਸੇ ਰਾਹ ਹੀ ਜਾਣਾ। ਜਿਹੜੇ ਕੰਮ ਤੋਂ ਸਾਨੂੰ ਕੋਈ ਰੋਕੇ ਅਸੀਂ ਉਹੀ ਕੰਮ ਕਰਨਾ। ਪਰ ਪਤਾ ਉਦੋਂ ਲੱਗਦਾ ਜਦੋਂ ਐਸਾ ਕੋਈ ਘਾਟਾ ਜੀਵਨ ਵਿੱਚ ਪੈ ਜਾਂਦਾ ਹੈ। ਫਿਰ ਬੰਦਾ ਕਹਿੰਦਾ ਵੀ ਅੱਜ ਤੋਂ ਬਾਅਦ ਮੈਂ ਦੁਬਦਾ ਵਿੱਚ ਨਹੀਂ ਪੈਣਾ, ਅੱਜ ਤੋਂ ਬਾਅਦ ਮੈਂ ਇੱਕ ਰੱਬ ਨੂੰ ਹੀ ਧਿਆਉਣਾ, ਇੱਕ ਦਾ ਹੀ ਮੈਂ ਪੁਜਾਰੀ ਬਣਨਾ, ਮੈਂ ਥਾਂ ਥਾਂ ਦਾ ਪੁਜਾਰੀ ਨਹੀਂ ਬਣਨਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਨੇ ਜਿਨ੍ਹਾਂ ਨੇ ਨਾਮ ਵਿਸਾਰਿਆ ਉਹ ਦੂਜੇ ਕਾਰੇ ਲੱਗ ਗਏ। ਉਹ ਆ ਦੂਜੇ ਕਾਰੇ ਇਹੀ ਦੂਜੇ ਹੀ ਕੰਮ ਨੇ। ਤੇ ਮਹਾਰਾਜ ਕਹਿੰਦੇ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ, ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ।
ਲੱਖਾਂ ਸ਼ਿੰਗਾਰ ਤੁਸੀਂ ਦੁਬਦਾ ਵਿੱਚ ਪੈ ਕੇ ਧਰਮ ਦੇ ਕਰਮ ਕਰ ਲਓ, ਪਰ ਇਦਾਂ ਕਾਰਜ ਨਾ ਰਾਸ ਹੁੰਦਾ ਹੈ ਤੇ ਨਾ ਹੋਣਾ ਹੈ। ਇਸ ਲਈ ਸਭ ਕਹਿੰਦੇ ਜਿਹੜੇ ਨਾਮ ਨੂੰ ਵਿਸਾਰ ਕੇ ਦੂਜੇ ਕਾਰੇ ਲੱਗੇ ਹੋਏ ਨੇ, ਦੁਬਦਾ ਲੱਗੇ, ਉਹ ਦੁਬਦਾ ਵਿੱਚ ਜਿਹੜੇ ਪੈ ਗਏ, ਪੱਚ ਮੂਏ, ਖੱਪ ਖੱਪ ਕੇ ਮੂਏ ਗਏ, ਖੁਆਰ ਹੋ ਗਏ, ਦੁਖੀ ਹੋ ਗਏ। ਅੰਤਰ ਤ੍ਰਿਸ਼ਨਾ ਅੱਗ, ਅੰਦਰ ਤ੍ਰਿਸ਼ਨਾ ਦੀ ਜਿਹੜੀ ਅੱਗ ਸੀ ਉਹ ਬੁੱਝੀ ਕੋਈ ਨਾ, ਤ੍ਰਿਸ਼ਨਾ ਦੀ ਅੱਗ ਜਿਹੜੀ ਸੀ ਉਹ ਮੱਠੀ ਕੋਈ ਨਾ ਪਈ। ਇਹ ਵੱਧਦੀ ਗਈ ਵੱਧਦੀ ਗਈ, ਇੱਕ ਦਿਨ ਸਰੀਰ ਦੀ ਅਗਨੀ ਠੰਡੀ ਪੈ ਗਈ। ਅਸੀਂ ਸਰੀਰ ਦੀ ਅਗਨੀ ਨੂੰ ਠੰਡਾ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਠੰਡਾ ਕਰਨਾ ਹੈ। ਤ੍ਰਿਸ਼ਨਾ ਦੀ ਅੱਗ ਠੰਡੀ ਕਰਨ ਵਾਸਤੇ ਹੀ ਤਾਂ ਆ ਗੁਰਬਾਣੀ ਦਿੱਤੀ ਹੈ ਕਿ ਇੱਕ ਦਿਨ ਸਰੀਰ ਦੀ ਅਗਨੀ ਤਾਂ ਠੰਡੀ ਹੋ ਜਾ, ਸਰੀਰ ਤਾਂ ਠੰਡਾ ਪੈ ਜਾਣਾ ਇੱਕ ਦਿਨ, ਉਹ ਤੇ ਆਪੇ ਹੀ ਠੰਡਾ ਹੋ ਜਾਣਾ ਜਿੱਦਣ ਸਮਾਂ ਆ ਗਿਆ। ਪਰ ਉਸ ਤੋਂ ਪਹਿਲਾਂ ਪਹਿਲਾਂ ਬਾਣੀ ਦਾ ਅਭਿਆਸ ਕਰ ਲੈ ਤਾਂ ਕਿ ਤੇਰੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਠੰਡੀ ਪੈ ਜਾਏ। ਨਹੀਂ ਤੇ ਇਹ ਤ੍ਰਿਸ਼ਨਾ ਪਤਾ ਨਹੀਂ ਕਿਹੜੇ ਕਿਹੜੇ ਹੋਰ ਜੰਜਾਲਾਂ ਵਿੱਚ ਇਹਨੇ ਫਸਾ ਦੇਣਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ, ਉਹ ਜਲਨ ਕਾਹਦੀ ਸੀ? ਆ ਤ੍ਰਿਸ਼ਨਾ ਦੀ ਅੱਗ। ਕਹਿੰਦੇ ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਆ ਬਾਣੀ ਨੇ ਤੁਹਾਡੇ ਅੰਦਰ ਤ੍ਰਿਸ਼ਨਾ ਦੀ ਅਗਨੀ ਬੁਝਾਉਣੀ ਹੈ, ਪਰ ਆਪਾਂ ਤੇ ਦੁਬਦਾ ਵਿੱਚ ਪਏ ਹੋਏ ਆ, ਦੂਜੇ ਕਾਰੇ ਲੱਗੇ ਹੋਏ ਆ ਵੀ ਸ਼ਾਇਦ ਕਾਲੇ ਲਾਲ ਨੀਲੇ ਪੀਲੇ ਧਾਗੇ ਬੰਨਣ ਨਾਲ ਅੰਦਰ ਠੰਡ ਪੈ ਜਾਏ, ਸ਼ਾਇਦ ਕਿਤੇ ਵਧੀਆ ਤੋਂ ਵਧੀਆ ਨਗ ਪਾਉਣ ਦੇ ਨਾਲ ਅੰਦਰ ਠੰਡ ਪੈ ਜਾਏ, ਕਿਤੇ ਆ ਵੱਖਰੇ ਵੱਖਰੇ ਧਾਤਾਂ ਦੇ ਹੱਥਾਂ ਵਿੱਚ ਕੜੇ ਪਾਉਣ ਦੇ ਨਾਲ ਇਹ ਠੰਡ ਪੈ ਜਾਏ ਜਿਹੜਾ ਗੁਰੂ ਦਾ ਦਿੱਤਾ ਹੈ। ਕਈ ਕਹਿੰਦੇ ਜੀ ਲੋਹੇ ਦਾ ਨਹੀਂ, ਅਸੀਂ ਤੇ ਚਾਂਦੀ ਦਾ ਹੀ ਪਾਉਂਦੇ ਆ, ਕਿਉਂਕਿ ਕਿਸੇ ਨੇ ਦੱਸਿਆ ਹੈ ਕਿ ਤੂੰ ਚਾਂਦੀ ਦਾ ਕੜਾ ਪਾ ਕੇ ਰੱਖਿਆ ਕਰ। ਬੰਦੇ ਦੇ ਕਹਿਣ ਤੇ ਪਾ ਲਿਆ, ਪਰ ਜਿਹੜਾ ਗੁਰੂ ਸਾਹਿਬ ਨੇ ਆਖਿਆ ਸੀ ਉਹ ਨਹੀਂ ਪਿਆ, ਕਿਉਂਕਿ ਉਹਦੇ ਤੇ ਭਰੋਸਾ ਨਹੀਂ ਹੈ, ਬੰਦੇ ਤੇ ਭਰੋਸਾ ਸੀ। ਗੁਰਬਾਣੀ ਜੋ ਕਹਿੰਦੀ ਆ ਉਹਨੂੰ ਮੰਨਣ ਲੱਗਿਆਂ ਸਮਾਂ ਲੱਗਦਾ ਹੈ। ਬੰਦਾ ਜੋ ਕਹਿ ਦਿੰਦਾ ਉਹ ਉਸੇ ਵੇਲੇ ਮੰਨ ਲੈਂਦਾ, ਪਰ ਫਿਰ ਕੀ ਹੁੰਦਾ ਹੈ? ਫਿਰ ਠੋਕਰ ਖਾ ਕੇ ਫਿਰ ਮੁੜਨਾ ਪੈਂਦਾ ਵਾਪਸ। ਤੇ ਗੁਰੂ ਸਾਹਿਬ ਜੀ ਸਾਨੂੰ ਠੋਕਰ ਤੋਂ ਬਚਾਉਂਦੇ ਆ ਵੀ ਤੂੰ ਕਿਤੇ ਠੋਕਰ ਨਾ ਖਾਈ, ਮੈਂ ਤੈਨੂੰ ਪਹਿਲਾਂ ਹੀ ਗੁਰਬਾਣੀ ਨਾਲ ਜੋੜ ਕੇ ਬਚਾਉਣਾ ਚਾਹੁੰਦਾ। ਇਸ ਲਈ ਸਤਿਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਕਹਿੰਦੇ ਨੇ ਆਹ ਦੇਖੋ ਆਹ ਹਾਲ ਹੁੰਦਾ ਹੈ, ਡੁੱਬਦਾ ਲਾਗੇ ਪੱਛ ਮੂਏ ਅੰਤਰ ਤ੍ਰਿਸ਼ਨਾ ਅੱਗ। ਅੰਦਰ ਤ੍ਰਿਸ਼ਨਾ ਦੀ ਅਗਨੀ ਬਲਦੀ ਹੈ, ਖੱਪ ਖੱਪ ਕੇ ਦੁਖੀ ਹੋ ਕੇ ਖੁਆਰ ਹੋ ਕੇ ਮੂਏ ਜਾਂਦੇ ਨੇ। ਗੁਰ ਰਾਖੇ ਸੇ ਉਬਰੇ, ਹੋਰ ਮੁੱਠੀ ਧੰਦਾ ਠੱਗ। ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਸਨ, ਉਹਨਾਂ ਨੂੰ ਤਾਂ ਕਹਿੰਦੇ ਨੇ ਇਸ ਮੋਹਣੀ ਮਾਇਆ ਨੇ ਠੱਗ ਲਿਆ ਧੰਦਿਆਂ ਵਿੱਚ ਪਾ ਕੇ। ਅਸੀਂ ਧੰਦੇ ਵਿੱਚ ਨਹੀਂ, ਅਸੀਂ ਧਰਮ ਨੂੰ ਕਮਾਉਣਾ ਸੀ। ਕਹਿੰਦੇ ਉਹ ਧੰਦਿਆਂ ਦੇ ਵਿੱਚ ਲੱਗ ਕੇ ਠੱਗੇ ਗਏ, ਪਰ ਗੁਰ ਰਾਖੇ, ਗੁਰੂ ਨੇ ਉਹਨ ਰੱਖ ਲਿਆ। ਉਬਰੇ, ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ, ਮੇਰਾ ਸਤਿਗੁਰ ਰਖਵਾਲਾ ਹੋਵਾ, ਜਿਨ੍ਹਾਂ ਦਾ ਰਖਵਾਲਾ ਸਤਿਗੁਰ ਹੋ ਗਿਆ, ਉਹ ਬਚ ਗਏ ਇਸ ਮਾਇਆ ਮੋਹਣੀ ਤੋਂ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਬਰੇ। ਜਿਨੀ ਸੱਚ ਨਾਮ ਚਿਤ ਲਾਇਆ, ਗੁਰੂ ਸਾਹਿਬ ਨੇ ਕਿਵੇਂ ਰੱਖਿਆ? ਜਿਨੀ ਸੱਚ ਨਾਮ ਚਿਤ ਲਾਇਆ। ਗੁਰੂ ਸਾਹਿਬ ਕਹਿੰਦੇ ਸੱਚੇ ਨਾਮ ਨਾਲ ਚਿੱਤ ਜੋੜਿਆ ਕਰ, ਆਪਣਾ ਸੁਰਤ ਜੋੜਿਆ ਕਰ ਸੱਚੇ ਨਾਮ ਦੇ ਨਾਲ। ਜਦੋਂ ਤੂੰ ਸੱਚੇ ਨਾਮ ਨਾਲ ਸੁਰਤ ਜੋੜ ਲੇਗਾ ਨਾ, ਫਿਰ ਸੱਚ ਜਾਣੀ ਗੁਰਮੁਖ ਉਬਰੇ। ਫਿਰ ਤੈਨੂੰ ਇਹ ਮਾਇਆ ਮੋਹਣੀ ਠੱਗ ਨਹੀਂ ਸਕਦੀ, ਫਿਰ ਤੂੰ ਇਹਦੇ ਹੱਥੋਂ ਲੁੱਟਿਆ ਨਹੀਂ ਜਾਏਗਾ, ਫਿਰ ਤੂੰ ਖੱਪ ਖੁਆਰ ਨਹੀਂ ਹੋਏਗਾ, ਤੈਨੂੰ ਦੁਖੀ ਪਰੇਸ਼ਾਨ ਨਹੀਂ ਹੋਣਾ ਪਏਗਾ। ਫਿਰ ਤਾਂ ਇਹ ਤ੍ਰਿਸ਼ਨਾ ਦੀ ਅੱਗ ਦਾ ਸੇਕ ਵੀ ਤੈਨੂੰ ਨਹੀਂ ਲੱਗੇਗਾ। ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਨਾ, ਇਹਦਾ ਸੇਕ ਵੀ ਨਹੀਂ ਲੱਗੇਗਾ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਗੁਰ
सतगुरु दे इत्थे गुर दे रारे नूं सिहारी गुर ने रख है, जिन्हों रख लिया से वो उबरे बच गए इहदे तों। जिहड़े गुरु वाले नहीं बने, जिन्हों जिहड़े गुरु दी शरण च नहीं आए, होर गुरु तो बिना जिहड़े निगुरे सन, मुट्ठी धंधे ठग, वो झूठे धंधियां विच फस के मोह माया दे हथों दी ठगे गए, लुटे गए। इस मोहनी माया ने उन्होंने लुट लिया, ठग लिया, भाव उन्हां दा मनुखा जन्म जिहड़ा सी अजाई चला गया। मोई प्रीत प्यार गया, मुआ वैर विरोध, धंधा थका हो मोई, ममता माया क्रोध, करम मिले सच पाइय, गुरमुख सदा निरोध। सतगुरु जी हुण उन्हां दी गल करदे ने, गुर राखे से उबरे। अगला पदा उन्हां वास्ते है भी वो इस माया दे मोहने जाल विचों दी, ममता दे जाल विचों दी वो बच गए। उस पक्ष तो एक असीं जिहड़े माया मोह विच फसे ने वो अंदरों मर गए, उन्हां दी जमीर मर गई, उन्हां दी इंसानियत मर गई। जिन्हां दी जमीर मर गई, इंसानियत मर गई, उन्हां दे अंदर संसार दा प्यार है, पदार्थां दा प्यार है, उन्हां अंदर काम क्रोध लोभ मोह अहंकार है। वो धर्म नूं भी धंधा बना के चलदे ने। पर जिहड़े गुरु दे दसे मार्ग ते तुर के मोया उत्थे भी जाना है, मोया माया दे हथों भी जाना है ते मोया गुरु दे हथों भी जाना है। पर दोवां विच फर्क की है? कहंदे ने इत्थे गल्लां नाल गल नहीं बननी, मुर्दा होए मुरीद। कहंदे ने इत्थे आके मुरीद बनन लई मुर्दा होना पैना है, ना गल्ली होवना, गल्लां नाल नहीं। पहला मरण कबूल जीवन की छड़ आस इत्थे बनाउणी पैणी है। वो किवें है? कहण लगे जदों गुरु चरनी लगे तां की होया? मूई प्रीत, जिहड़ा आ दुनिया दे नाल प्रीत, झूठी प्रीत सी ना, ये अंदरों दी मर गई। प्यार गया, जिहड़ा दुनिया दा प्यार सी झूठा, ये भी अंदरों चला गया। मूआ वैर विरोध, जिहड़ा अंदर वैर विरोध सी वो भी अंदरों मर गया। असी अपनी जमीर इंसानियत नहीं सी मारनी, असी इन्हां नूं मारना सी। मन नहीं कदे मरदा, मन नूं लगे हुए जिहड़े विकार ने असी उन्हां नूं मारना है। मन जिहड़ा है, मन की है? मन तां जोत दा स्वरूप है, इत्थे उज्जल सी पर यह मैला हो गया। मैला किने कीता? इन्हां विकारां ने। असी इन्हां विकारां नूं मारना है, असी इंसान नूं नहीं मारना, इंसान दे अंदर दी बुराई नूं मारना है। इसलिए साहब जी कहंदे जिन्हां उत्ते किरपा होई, जिहड़े उभरे बच गए, वो किवें बचे? मूई प्रीत, जिहड़ी झूठी प्रीत सी उन्हां अंदरों खत्म हो गई। मूई दा अर्थ है खत्म हो जाना। जदों झूठी प्रीत विचों निकलोगे तो फिर की होएगा? साची प्रीत हम तुम स्यों जोरी, फिर ये खेड बनेगी। फिर जिहड़ा माया दा प्यार सी ये भी अंदरों दी चला गया, और इहदे करके जिहड़ा वैर विरोध बनिया होया सी, जिहड़ा वैर सी वैरी बन गए, जिन्हां दा विरोध आपां करदे सां, कहंदे वो भी अंदरों दी खत्म हो गया। वैर विरोध भी ये भी आपां किन्नी वार विचारिया। असी इत्थे अपने अंदरों वैर विरोध मिटाउण वास्ते आए हैं, इत्थे एक दूजे दे वैरी बनन लई नहीं आए। आपां इत्थे आपां एक दूजे नाल दुश्मनियां कड्ढण वास्ते नहीं आए हैं। इत्थे अपने दिल दी पड़ास कड्ढण लई नहीं आए हैं। ये मेरे नाल इहदी बनदी नहीं, इहदे नाल मेरी लगदी है, ये मेरा दुश्मन है। इहो जिहियां गल्लां नहीं आपां इत्थे करन आए। इत्थे ते आए हैं विसर गई सब तात पराई, जब ते साध संगत मोहे पाई, नाको बैरी नहीं बेगाना, सगल संग हमको बन आई। इत्थे वैर विरोध खत्म करने वास्ते आए हैं। पर माफ करना, इन्ना वैर विरोध है धर्म की दुनिया विच, उन्ना ते शायद समाज विच ना होवे जिन्ना असी धर्म विच वैर विरोध पाल के बैठ गए हैं।
ਇੱਥੇ ਤਾਂ ਵੈਰ ਵਿਰੋਧ ਖਤਮ ਕਰਾਂਗੇ ਤਾਂ ਅੱਗੇ ਤੁਰਿਆ ਜਾਣਾ ਹੈ। ਸਾਹਿਬ ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਈ ਉਹਨਾਂ ਅੰਦਰੋਂ ਮੂਆ ਵੈਰ ਵਿਰੋਧ ਖਤਮ ਹੋ ਗਿਆ ਉਹਨਾਂ ਅੰਦਰੋਂ। ਧੰਦਾ ਥੱਕਾ ਹਉ ਮੂਈ, ਉਹ ਕਹਿੰਦੇ ਨੇ ਜਿਹੜਾ ਧੰਦਿਆਂ ਵਿੱਚ ਫਸੇ ਹੋਏ ਸੀ ਨਾ, ਉਹ ਵੀ ਕਹਿੰਦੇ ਉੱਥੋਂ ਵੀ ਮਨ ਜਿਹੜਾ ਸੀ ਮੁੜ ਗਿਆ। ਮਨ ਧੰਦਿਆਂ ਵਿੱਚੋਂ ਦੀ ਮੁੜ ਆਇਆ ਵਾਪਸ। ਜਦੋਂ ਮਨ ਮੁੜਿਆ ਹਉ ਮੂਈ, ਹਉਮੈ ਵੀ ਅੰਦਰੋਂ ਮਰ ਗਈ। ਹਉਮੈ ਦਾ ਵੀ ਨਾਸ਼ ਹੋ ਗਿਆ ਅੰਦਰੋਂ। ਤੇ ਜਦੋਂ ਹਉਮੈ ਦਾ ਨਾਸ਼ ਹੋਇਆ, ਮਮਤਾ ਮਾਇਆ ਕ੍ਰੋਧ, ਜਿਹੜਾ ਮਾਇਆ ਦਾ ਮਮਤਾ ਰੂਪ ਵਿੱਚ ਮੋਹ ਬਣਿਆ ਹੋਇਆ ਸੀ, ਜਿਹਦੇ ਕਰਕੇ ਕ੍ਰੋਧ ਅੰਦਰੋਂ ਵੱਧਦਾ ਸੀ, ਉਹ ਕ੍ਰੋਧ ਵੀ ਅੰਦਰੋਂ ਖਤਮ ਹੋ ਗਿਆ। ਇਸ ਮਮਤਾ ਦਾ ਮਾਇਆ ਦਾ ਜਿਹੜਾ ਮੋਹ ਸੀ ਉਹ ਵੀ ਅੰਦਰੋਂ ਦੀ ਖਤਮ ਹੋ ਗਿਆ। ਕਿਵੇਂ ਆਪਾਂ ਉੱਭਰਨਾ ਹੈ, ਬਚਣਾ ਕਿਵੇਂ ਆ ਅਸੀਂ? ਕਹਿੰਦੇ ਇਸ ਤਰ੍ਹਾਂ ਬਚਿਆ ਜਾਣਾ ਹੈ। ਕ੍ਰੋਧ ਵੀ ਅੰਦਰੋਂ ਖਤਮ ਹੋ ਗਿਆ, ਮਾਇਆ ਦੀ ਮਮਤਾ ਵੀ ਅੰਦਰੋਂ ਖਤਮ ਹੋ ਗਈ, ਉਪਰਾਮ ਹੋ ਗਏ ਸੰਸਾਰ ਤੋਂ। ਸਮਝ ਆ ਗਈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਸਮਝ ਆ ਗਈ ਕਿ ਸੁੱਖ ਦੇ ਸਾਰੇ ਸਾਥੀ ਨੇ, ਦੁੱਖ ਦਾ ਕੋਈ ਵੀ ਨਹੀਂ ਹੈ। ਸਮਝ ਆ ਗਈ ਕਿ ਆ ਜਿਹੜੇ ਵਾਵਾ ਕਰਨ ਵਾਲੇ ਲੋਕ, ਸੁੰਦਰ ਸੁੰਦਰ ਕਹਿਣ ਵਾਲੇ ਲੋਕ ਨੇ, ਇਹੀ ਲੋਕ ਕਹਿਣਗੇ ਇਹ ਡਰਾਵਣਾ ਲੱਗਦਾ ਹੈ, ਇਹਨੂੰ ਜਿੰਨਾ ਛੇਤੀ ਹੋਵੇ ਘਰੋਂ ਲੈ ਚੱਲੋ। ਕਈ ਉਹਦੀ ਸ਼ਕਲ ਵੀ ਨਹੀਂ, ਡੈਡ ਬੋਡੀ ਹੈ। ਲੋਕ ਚਿਹਰਾ ਦਿਖਾਉਂਦੇ ਆ ਪਰ ਕਈ ਨਹੀਂ ਦੇਖਣਾ ਚਾਹੁੰਦੇ। ਕਈਆਂ ਤੋਂ ਸੁਣਿਆ, ਮਾਫ ਕਰਨਾ, ਇੱਕ ਥਾਵਾਂ ਤੇ ਸੁਣਨ ਨੂੰ ਮਿਲਿਆ, ਕਹਿੰਦੇ ਜੀ ਆ ਸੰਸਕਾਰ ਕਰਨ ਲੱਗੇ ਆ ਤੇ ਚਿਹਰਾ ਵੇਖ ਲਓ। ਤੇ ਇੱਕ ਸੱਜਣ ਦੇ ਬੋਲ ਸੁਣੇ ਸੀ ਇਹਨਾਂ ਕੰਨਾਂ ਨੇ, ਕਹਿੰਦੇ ਨਹੀਂ ਮੈਂ ਨਹੀਂ ਵੇਖਣੇ, ਐਵੇਂ ਰਾਤ ਨੂੰ ਚਿਹਰਾ ਦਿਸਦਾ ਰਹੇਗਾ। ਉਹ ਡਰ ਗਿਆ, ਉਹ ਕਹਿੰਦਾ ਮੈਂ ਨਹੀਂ ਚਿਹਰਾ ਵੇਖਣਾ ਇਹਦਾ, ਰਾਤ ਨੂੰ ਐਵੇਂ ਸੁੱਤੇ ਪਿਆ ਇਹ ਚਿਹਰਾ ਹੀ ਮੇਰੇ ਸਾਹਮਣੇ ਆਉਂਦਾ ਰਹੇਗਾ। ਆਹ ਹੈ ਪਿਆਰ। ਇਹ ਜਿਹੜਾ ਸੀ ਕਹਿੰਦੇ ਨੇ ਮੋਹ, ਇਹ ਛੁੱਟ ਗਿਆ ਜਦੋਂ ਸਾਰੀ ਖੇਡ ਜਿਉਂਦਿਆਂ ਸਮਝ ਆ ਗਈ। ਫਿਰ ਧੰਦਾ ਥੱਕਾ ਹੋ ਮੁਈ, ਮਮਤਾ ਮਾਇਆ ਕ੍ਰੋਧ, ਇਹ ਸਾਰਾ ਕੁਝ ਕਿਵੇਂ ਖਤਮ ਹੋਇਆ? ਕਰਮ ਮਿਲੈ ਸੱਚ ਪਾਈਐ, ਗੁਰਮੁਖ ਸਦਾ ਨਿਰੋਧ। ਨਿਰੋਧ ਅਰਥ ਹੈ ਰੋਕ ਲਾਉਣੀ, ਗਿਆਨ ਇੰਦਰੀਆਂ ਨੂੰ ਰੋਕ ਲਾਉਣੀ, ਇੰਦਰੇ ਰੋਕ ਲੈਣੇ। ਗੁਰਮੁਖ ਦੇ ਖੱਕੇ ਨੂੰ ਸਿਹਾਰੀ ਹੈ ਗੁਰੂ ਦੁਆਰਾ। ਗੁਰੂ, ਕਿਉਂਕਿ ਖੇਡ ਗੁਰੂ ਦੁਆਰਾ ਹੀ ਬਣਨੀ ਹੈ, ਗੁਰਬਾਣੀ ਰਾਹੀਂ ਹੀ ਖੇਡ ਬਣਨੀ ਹੈ। ਕਹਿੰਦੇ ਗੁਰੂ ਦੇ ਦੁਆਰਾ ਜਦੋਂ ਇੰਦਰੀਆਂ ਨੂੰ ਰੋਕ ਲੱਗ ਗਈ, ਉਸ ਰੋਕ ਦੇ ਨਾਲ ਕੀ ਹੋਇਆ? ਉਹਦੀ ਬਖਸ਼ਿਸ਼, ਉਹਦੀ ਮਿਹਰ ਨਾਲ, ਜਦੋਂ ਮਿਹਰ ਹੋਈ ਕਰਮ ਦੇ ਮਾਂ ਨੂੰ ਸਿਹਾਰੀ ਮਿਹਰ ਨਾਲ, ਉਹਦੀ ਮਿਹਰ ਨਾਲ ਫਿਰ ਕੀ ਹੋਇਆ? ਸੱਚ ਪਾਈ ਹੈ। ਫਿਰ ਸੱਚ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਫਿਰ ਇੱਕ ਵਾਰੀ ਥੋੜਾ ਸਮਝ ਲੈਣਾ, ਕਰਮ ਮਿਲੇ, ਜਦੋਂ ਮਿਹਰ ਮਿਲੀ ਗੁਰੂ ਦੀ, ਸੱਚ ਪਾਈ ਹੈ, ਸੱਚ ਨੂੰ ਪਾ ਲਿਆ, ਤੇ ਇੰਦਰੇ ਜਿਹੜੇ ਸੀ ਉਹਨਾਂ ਨੂੰ ਰੋਕ ਲੱਗ ਗਈ। ਜਦੋਂ ਹੀ ਇੰਦਰੀਆਂ ਨੂੰ ਰੋਕ ਲੱਗੀ ਤਾਂ ਕੀ ਹੋਇਆ? ਕਹਿੰਦੇ ਨੇ ਮੂਈ ਪ੍ਰੀਤ ਪਿਆਰ ਗਿਆ, ਮੂਆ ਵੈਰ ਵਿਰੋਧ, ਇਹ ਖਤਮ ਹੋ ਗਿਆ। ਧੰਦਾ ਥੱਕਾ ਹੋ ਮੂਈ, ਮਮਤਾ ਮਾਇਆ ਕ੍ਰੋਧ, ਇਹ ਸਾਰਾ ਕੁਝ ਅੰਦਰੋਂ ਨਾਸ਼ ਹੋ ਗਿਆ ਜਦੋਂ ਗੁਰੂ ਦੀ ਮਿਹਰ ਦੇ ਨਾਲ ਸੱਚ ਨਾਲ ਜੁੜਨਾ ਨਸੀਬ ਹੋਇਆ। ਸੱਚ ਦੀ ਸਮਝ ਆ ਗਈ ਤੇ ਸੱਚ ਦੀ ਪ੍ਰਾਪਤੀ ਹੋ ਗਈ। ਸੱਚੀ ਕਾਰ ਸੱਚ ਮਿਲੈ, ਗੁਰਮਤਿ ਪੱਲੇ ਪਾਏ। ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ। ਨਾਨਕ ਦਰ ਪ੍ਰਧਾਨ ਸੋ, ਦਰਗਹਿ ਪੈਂਦਾ ਜਾਏ। ਹੁਣ ਜਿੱਥੇ ਗੁਰੂ ਸਾਹਿਬ ਦੀ ਮਿਹਰ ਹੋ ਗਈ, ਕਰਮ ਮਿਲੈ ਸੱਚ ਪਾਈਐ, ਗੁਰਮੁਖ ਸਦਾ ਨਿਰੋਧ ਵਾਲੀ ਖੇਡ ਬਣ ਗਈ। ਉੱਥੇ ਫਿਰ ਝੂਠੀ ਕਾਰੇ ਨਹੀਂ ਲੱਗਾ। ਹੁਣ ਇਹਨੇ ਦੁਬਦਾ ਵਿੱਚ ਪੈ ਕੇ ਦੂਜੇ ਕਾਰੇ ਨਹੀਂ ਲੱਗਾ, ਹੁਣ ਸੱਚੀ ਕਾਰ ਹੈ। ਹੁਣੇ ਸੱਚ ਦੇ ਰਾਹ ਉੱਤੇ ਤੁਰ ਕੇ ਸੱਚਾ ਕਰਮ ਕਮਾਉਣ ਲੱਗ ਪਿਆ। ਹੁਣ ਸੱਚੀ ਕਾਰੇ ਲੱਗ ਗਿਆ ਤਾਂ ਸੱਚ ਮਿਲੈ, ਸੱਚ ਪਰਮੇਸ਼ਵਰ ਜਿਹੜਾ ਸੀ ਉਹਦਾ ਮਿਲਾਪ ਹੋਇਆ। ਗੁਰਮਤਿ ਪੱਲੇ ਪਾਏ, ਜਦੋਂ ਗੁਰੂ ਦੇ ਰਾਹੀਂ ਆਪਣੀ ਮੱਤ ਨੂੰ ਤਿਆਗ ਕੇ ਗੁਰੂ ਦੀ ਮੱਤ ਜਿਹੜੀ ਆ ਪੱਲੇ ਬੰਨ ਲਈ, ਤਾਂ ਗੁਰੂ ਦੀ ਮੱਤ ਪੱਲੇ ਬੰਨਣ ਨਾਲ ਸੱਚੀ ਕਾਰੇ ਲੱਗ ਗਿਆ। ਇਸੇ ਲਈ ਆਰੰਭ ਵਿੱਚ ਪੰਗਤੀ ਪੜ੍ਹੀ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਵੀ ਅੱਜ ਇਹੀ ਕੀਤੀ ਹੈ,
भी जे तुसी गुरमत गुरु दी मत पल्ले बननी है ना तो तुहानू इत्थे आके कहना पैना है, हम अंदले अंध बिखै बिख राते क्यों चालै गुर चाली, सतगुर दया करे सुख दाता हम लावे आपन पाली। सानू मत दियो ताकि असी अपने पल्ले बन के चलिया करिए, जिथे भी लोड़ पवे असी तुहाडी मत अगे रख के चलिया करिए। जिहड़े गुरु दी मत पल्ले बन के चलदे ने सच्ची कार सच मिले, वो सच्चे मार्ग चलदियां सच्चे कर्म करदियां फिर वो सच विच जाके लीन हो जांदे आ। जिहड़े सच मिले कहंदे सो नर नर मनुख नूं कहंदे आ, कहंदे ओ फिर जिहड़ा नर मनुख है ना जम्मे ना मरे ना आवे ना जाए, ना वो जमदा ना मरदा ना आउंदा ना जांदा है, क्योंकि ओदी अंदर दी रब्बी जोत उस रब दी परमेश्वर दी जोत विच जाके रल जांदी है। इनू कहंदे ज्योति जोत रली संपूर्ण थिया राम, कहंदे वो संपूर्ण हो गया ओदा सफर, ओदा कारज पूरा हो गया, ना वो जमदा ना मरदा ना आउंदा ना जांदा है। ते जिहड़े इस तरह दे जीवन वाले हो जांदे ने, नानक नानक जी कह रहे ने इस शब्द विच दर प्रधान, दर दे रारे नूं सिहारी उस दर उत्ते दरगाह, दर दा अर्थ है दरगाह, वो परलोक जिथे निरंकार वसदा है, उहदे दर उत्ते वो प्रधान दा इथे अर्थ है श्रेष्ठ उत्तम जीवन वाले जिहड़े आ वो परवान हो जांदे ने। आपां रोज जपजी साहिब दा पाठ करदे आ, पंच परवान पंच प्रधान पंचे पावै दरगह मान, उहदा अर्थ यह है साहिब जी कहंदे नानक दर परवान प्रधान, वो श्रेष्ठ उत्तम मत वाले जिहड़े ने उहदे दर ते फिर सो दरगह पैंदा जाए। पैंदा दा अर्थ है इज्जत नाल जाना, मान नाल जाना। हर बंदा चाहुंदा है भी मैं जिथे जावां मैनूं इज्जत मिले, हर बंदा चाहुंदा है मैं जिथे जावां मैनूं मान सत्कार मिले। बेइज्जती तां कोई भी नहीं चाहुंदा। जिथे एक बार बेइज्जती हो जाए ना बंदा कहंदा मुड़ के नहीं मैं इत्थे आउणा, क्योंकि ये लोग इज्जत ही नहीं करते। असीं नहीं ना जांदे उस राह जिथे लोग इज्जत ना करन। ते साहब कहंदे मालिक दे दर जाना, उत्थे भी इज्जत मिलेगी, मान मिलेगा, प्यार मिलेगा। इज्जत नाल जा मालिक दे घर, पर उहदे लई गुरु वाला बनना पैना है। गुरु नूं अपना रखवाला बना, गुरु दी मत नूं ग्रहण कर ते गुरु दी मत पल्ले बन के हर वेले तुर। जदों गुरु दी मत तेरे कोल होएगी तू किते मन मत नहीं कर सकेगा, किते कर्म कांड नहीं कर सकेगा, किते दुविधा विच नहीं तू पै सकेगा। तू हर थां ते निर्लेप रहेगा जे तेरे पल्ले गुरु दी मत होवेगी। इसलिए गुरु नानक साहब अज ये पावन शब्द राही समझाउंदे ने। फिर आ जाइए सारी गल करके रहाओ दी पंक्ति ते। मूड़े राम जपो गुण सार। जे सारियां गल्लां समझ आ गईयां ओ मूर्ख तुहानू नहीं, जिहड़े बैठे हो लाहा लैण लई ये तुहानू नहीं, जिहड़े हजे इस दर तक आए नहीं, गुरु वाले बने ही नहीं, जिहड़े हजे मूर्ख बन के धंधियां च ही फसे पए आ, उन्हां नू कह रहा मूड़े आओ जाके नाम जपो, आ गुण संभाल लो, शुभ गुण ग्रहण करके नाम की कमाई करके अपनी जिंदगी का दुख सदा लई मुका लो। ये दर दर ते खुवार होना, ये तुहाडी खुवारी मुक जाएगी। तुसी आके नाम का अभ्यास करो। ते आपां जिहड़े आए आ या जिहड़े मीडिया राही जुड़े आ, साडा की जिहड़ा मकसद है, साडा मकसद है जे आए हाँ ते ये बख्शिश लैके जाइए। अरदास करिए मालिक जी आ शुभ गुणां दी दात साडी झोली विच भी पा दिओ। अपना नाम दिओ, अपना नाम दिओ, अपना नाम दिओ, अपना नाम दिओ। विसर नाही दातार, विसर नाही दातार,
ਆਪਣਾ ਨਾਮ ਦਿਹਾ, ਆਪਣਾ ਨਾਮ ਦਿਹਾ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦਿਹਾ, ਆਪਣਾ ਨਾਮ ਦਿਹਾ। ਇਹ ਅਰਦਾਸ ਹੈ ਸਾਡੀ, ਗੁਰੂ ਸਾਹਿਬ ਦੀ ਮੱਤ ਲੈ ਕੇ ਚੱਲੀਏ, ਗੁਣਾਂ ਦੀ ਸੰਭਾਲ ਕਰਦਿਆਂ ਨਾਮ ਸਿਮਰੀਏ ਤੇ ਮਾਲਕ ਦੇ ਦਰ ਤੇ ਇੱਜ਼ਤ ਨਾਲ, ਪਿਆਰ ਨਾਲ, ਮਾਣ ਨਾਲ ਜਾ ਕੇ ਲੋਕ ਸੁਖੀਏ, ਪ੍ਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣਾ ਸਕਾਂਗੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਕੇ ਅੱਗੇ ਤੋਂ ਸਮੱਤ ਦੇਣ। ਆਪ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਸਤਿਗੁਰੂ ਬਾਬਾ ਨਾਨਕ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਸੱਚੀ ਕਰ ਸੱਚ ਮਿਲੈ, ਗੁਰਮਤਿ ਪੱਲੇ ਪਾਏ। ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ। ਨਾਨਕ ਦਰ ਪ੍ਰਧਾਨ, ਸੋ ਦਰਗਹ ਪੈਂਦਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।